ਸਾਥੀਆਂ ਨੂੰ, ਸਤਿਕਾਰਯੋਗ ਸਾਰੇ ਹੀ ਸੱਜਣਾਂ ਨੂੰ ਜੀ ਆਇਆਂ ਨੂੰ। ਖਾਸ ਤੌਰ ਤੇ ਡਾਕਟਰ ਕੁਲਦੀਪ ਦੀਪ ਜੀ, ਡਾਕਟਰ ਸ਼ਾਮ ਸੁੰਦਰ ਦੀਪਤੀ ਜੀ, ਜੋਗਰਾਜ ਪ੍ਰਭਾਕਰ ਜੀ, ਹਰਭਜਨ ਸਿੰਘ ਖੇਮਕਰਨੀ ਜੀ, ਕੁਲਵਿੰਦਰ ਕੌਸ਼ਲ, ਗੁਰਪ੍ਰੀਤ ਕੌਰ ਤੇ ਹੋਰ ਡਾਕਟਰ ਹਰਪ੍ਰੀਤ ਸਿੰਘ ਰਾਣਾ ਤੇ ਹੋਰ ਜਿੰਨੇ ਵੀ ਸਾਥੀ ਜੁੜੇ ਨੇ, ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਮੀਟਿੰਗ ਦਾ ਮਕਸਦ, ਜੋ ਮੀਟਿੰਗ ਦਾ ਮਕਸਦ ਮੁੱਖ ਤੌਰ ਤੇ ਜੋ ਆਪਣਾ 28ਵਾਂ ਅੰਤਰਰਾਜੀ ਸਮਾਗਮ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਵਿਖੇ ਹੋਇਆ ਹੈ, ਉਸ ਦੇ ਬਾਰੇ ਆਪਾਂ ਫੀਡਬੈਕ ਲੈਣੀ ਹੈ। ਵਿੱਚ ਲਗਾਤਾਰ ਕੰਟੀਨਿਊਸਲੀ 2-3 ਦਿਨਾਂ ਤੋਂ ਸਾਡੇ ਕੋਲ ਫੀਡਬੈਕ ਪੁੱਜ ਰਹੀ ਹੈ। ਫਿਰ ਵੀ ਕੁਝ ਅਸੀਂ ਚਾਹੁੰਦੇ ਹਾਂ ਵੀ ਇਸ ਪ੍ਰੋਗਰਾਮ ਸੰਬੰਧੀ ਸਾਨੂੰ ਜਿਹੜੇ ਮਤਲਬ ਜੁੜੇ ਹੋਏ ਸਾਥੀ ਨੇ, ਸੁਹਿਰਦ ਸਾਥੀ ਨੇ, ਵੀ ਉਹ ਆਪਣੀ ਫੀਡਬੈਕ ਦੇਣ। ਪ੍ਰੋਗਰਾਮ ਦੇ ਬਾਰੇ ਤਾਰੀਫਾਂ ਬਹੁਤ ਹੋ ਗਈਆਂ ਨੇ। ਖਾਸ ਤੌਰ ਤੇ ਆਪਾਂ ਇਸ ਪ੍ਰੋਗਰਾਮ ਨੂੰ ਅੱਗੇ ਤੋਂ ਕਿਵੇਂ ਹੋਰ ਬਿਹਤਰ ਬਣਾ ਸਕਦੇ ਹਾਂ, ਕੀ ਇਸ ਦੇ ਵਿੱਚ ਕੋਈ ਕਮੀ ਰਹੀ ਹੈ, ਕੀ ਇਸ ਸੁਧਾਰ ਦੀ ਗੁੰਜਾਇਸ਼ ਹੈ। ਤਾਂ ਸਾਰੇ ਸਾਥੀ ਇਹ ਹੈ ਵੀ ਆਪਣੀ ਮੀਟਿੰਗ ਆਪਾਂ 1 ਘੰਟੇ ਦੇ ਵਿੱਚ ਇਹਨੂੰ ਸਮਾਪਤ ਕਰ ਲਈਏ 8 ਵਜੇ ਤੱਕ। ਉਦੋਂ ਤੱਕ ਜੇ ਤਾਂ ਜ਼ਿਆਦਾ ਸਾਥੀ ਜੁੜਦੇ ਨੇ ਤਾਂ ਇਹ ਸੀ ਵੀ ਆਪਾਂ 2-3 ਮਿੰਟ ਆਪਾਂ ਸਾਰੇ ਸਾਥੀਆਂ ਨੂੰ ਦੇ ਦਈਏ। ਫਿਲਹਾਲ 10 ਸਾਥੀ ਹੈਗੇ ਨੇ ਇਹਦੇ ਵਿੱਚ। ਆਪਾਂ 2-3 ਮਿੰਟ ਦੇ ਵਿੱਚ ਆਪਣੀ ਜਿਹੜੀ ਪ੍ਰਤੀਕਿਰਿਆ ਹੈ, ਖਾਸ ਤੌਰ ਤੇ ਸਾਡੀ ਇਹ ਹੈ ਵੀ ਸਾਰਾ ਸਾਥੀ ਪ੍ਰਤੀਕਿਰਿਆ ਲੈ ਲਈਏ। ਉਸ ਤੋਂ ਬਾਅਦ ਸਾਡੀ ਫਿਜ਼ੀਕਲ ਰੂਪ ਦੇ ਵਿੱਚ ਕਾਰਜਕਾਰਨੀ ਦੀ ਮਿੰਨੀ ਕਹਾਣੀ ਲੇਖ ਮੰਚ ਦੀ ਮੀਟਿੰਗ ਹੋਣੀ ਹੈ ਬਰਨਾਲਾ ਵਿਖੇ। ਅਸੀਂ ਉਹਦੇ 'ਚ ਫਿਰ ਜਿਹੜੀਆਂ ਤੁਹਾਡੇ ਸੁਝਾਅ ਹੋਣਗੇ, ਉਹਨਾਂ ਸੁਝਾਵਾਂ ਨੂੰ ਵਿਚਾਰ ਕੇ ਫਿਰ ਉਹਦੇ ਅਗਲੇ ਪ੍ਰੋਗਰਾਮ ਸੰਬੰਧੀ ਅਸੀਂ ਕੋਈ ਡਿਸੀਜਨ ਉਹ ਲੈ ਸਕਾਂਗੇ। ਬਾਕੀ ਜ਼ਿਆਦਾ ਵਿਸਤਾਰ ਦੇ ਵਿੱਚ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਬੈਠੇ ਨੇ, ਹਰਭਜਨ ਖੇਮਕਰਨ ਜੀ ਬੈਠੇ ਨੇ, ਉਹ ਤੁਹਾਡੇ ਨਾਲ ਗੱਲਬਾਤ ਕਰਨਗੇ। ਸਭ ਤੋਂ ਪਹਿਲਾਂ ਮੈਂ ਡਾਕਟਰ ਦੀਪਤੀ ਜੀ ਨੂੰ ਕਹਾਂਗਾ ਕਿ ਉਹ ਆਪਣੀ ਮਤਲਬ ਗੱਲਬਾਤ ਸਾਡੇ ਨਾਲ ਸਾਂਝੀ ਕਰਨ। ਡਾਕਟਰ ਸ਼ਾਮ ਸੁੰਦਰ ਦੀਪਤੀ ਜੀ। तो प्यारे दोस्तों, मतलब कि 28वें समागम ਦੇ ਵਿੱਚ ਜੁੜੇ, ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਰਿਆਂ ਨੇ ਬੜੀ ਸੰਜੀਦਗੀ ਦੇ ਨਾਲ ਪ੍ਰੋਗਰਾਮ ਨੂੰ ਲਿਆ ਅਤੇ ਬੜੇ ਸੰਜੀਦਗੀ ਦੇ ਨਾਲ ਉਸ ਵਿੱਚ ਹਿੱਸਾ ਲਿਆ। ਤੇ ਤੁਸੀਂ ਸਾਰੇ ਜਿਹੜੇ ਫੀਡਬੈਕ ਦੇ ਵੀ ਰਹੇ ਹੋ, ਤੇ ਕੁਝ ਇੱਕ ਫੀਡਬੈਕ ਜਿਹੜੇ ਨੇ ਉਹ ਹਿੰਦੀ ਦੇ ਲੇਖਕਾਂ ਵੱਲੋਂ ਵੀ ਆਏ ਨੇ, ਕਿਉਂਕਿ ਇਹ ਦੋ ਭਾਸ਼ੀ ਆਪਣਾ ਸੰਮੇਲਨ ਸੀਗਾ। ਤੇ ਚਲੋ ਭਾਸ਼ਾ ਦੀਆਂ ਕੁਝ ਜਿਹੜੀਆਂ ਨੇ ਉਹ ਆਪਣੀਆਂ ਸੀਮਾਵਾਂ ਹੁੰਦੀਆਂ ਨੇ, ਪਰ ਆਪਾਂ ਸਮਝਦੇ ਹਾਂ ਕਿ ਹਿੰਦੀ ਅਸੀਂ ਸਾਰੇ ਸਮਝ ਸਕਦੇ ਹਾਂ। ਪਰ ਹਿੰਦੀ ਵਾਲੇ ਜਿਹੜੇ ਸਾਥੀ ਨੇ ਉਹਨਾਂ ਬਹੁਤਿਆਂ ਨੂੰ ਪੰਜਾਬੀ ਦੀ ਜਿਹੜੀ ਹੈ ਉਹਦੇ 'ਚ ਕਈ ਵਾਰੀ ਸਮਝ 'ਚ ਦਿੱਕਤ ਆਉਂਦੀ ਹੈ, ਭਾਵੇਂ ਕਿ ਉਹਨਾਂ 'ਚੋਂ ਕਈ ਹੈ ਜਿਹੇ ਜਿਹੜੇ ਲਗਾਤਾਰ ਜੁੜ ਵੀ ਰਹੇ ਨੇ, ਪੰਜਾਬ ਨਾਲ ਜੁੜੇ ਹੋਏ ਨੇ, ਪੰਜਾਬੀ ਨਾਲ ਜੁੜੇ ਹੋਏ ਨੇ। ਤਾਂ ਫਿਰ ਵੀ ਉਹਨਾਂ ਦੀਆਂ ਜਿਹੜੀਆਂ ਪ੍ਰਤੀਕਿਰਿਆਵਾਂ ਨੇ ਉਹਨਾਂ ਨੂੰ ਵੀ ਧਿਆਨ 'ਚ ਰੱਖਾਂਗੇ। ਤੇ ਪਹਿਲਾਂ ਮੈਂ ਚਾਹੁੰਦਾ ਕਿ ਆਪਾਂ ਸਾਰੇ ਜਿਹੜੇ ਜਿਹੜਾ ਹੈ 2-2 ਮਿੰਟ ਮਤਲਬ ਕਿ ਆਪਾਂ ਗੱਲ ਕਰੀਏ, ਤੇ ਫਿਰ ਆਪਾਂ ਲਾਸਟ ਤੇ ਮੈਂ ਫਿਰ ਇੱਕ ਵਾਰੀ ਕਰੂੰਗਾ ਵੀ ਆਪਾਂ ਕਿੱਥੇ ਕੁਛ ਗੱਲਾਂ ਜਿਹੜੀਆਂ ਜਿਹਨਾਂ ਦੀ ਸਹਿਮਤੀ ਬਣ ਸਕਦੀ ਹੈ ਜਾਂ ਜਿਹੜੀ ਲੱਗਦੀਆਂ ਨੇ ਵੀ ਇਹ ਸੱਚੀ ਮੁੱਚੀ ਵਿਚਾਰਨ ਵਾਲੀਆਂ ਨੇ। ਬਾਕੀ ਜਿਵੇਂ ਜਗਦੀਸ਼ ਨੇ ਕਿਹਾ ਹੀ ਹੈ ਕਿ ਵੀ ਅਸੀਂ ਆਪਣੀ ਕਾਰਜਕਾਰਨੀ ਦੀ ਫਿਜ਼ੀਕਲ ਮੀਟਿੰਗ ਮਤਲਬ ਕਿ ਇਕੱਠੀ ਹੋ ਰਹੇ ਹਾਂ ਬਰਨਾਲੇ ਦੇ ਵਿੱਚ ਕੌਸ਼ਲ ਉਹਨਾਂ ਦੇ ਸਮਰਥਨ ਨਾਲ, ਉੱਥੇ ਉਹਨਾਂ ਦੇ ਘਰ ਦੇ ਵਿੱਚ ਜਾਂ ਜਿੱਥੇ ਵੀ ਉਹ ਇਹਦਾ ਇੰਤਜ਼ਾਮ ਕਰਨਗੇ ਅਸੀਂ ਕਰਾਂਗੇ। ਤੇ ਫਿਰ ਉਹ ਜੋ ਉਹਦੇ ਵਿਚਾਰਾਂ ਹੋਣਗੀਆਂ, ਜੋ ਫਾਈਨਲ ਡਿਸੀਜਨ ਹੋਣਗੇ, ਉਹ ਫਿਰ ਤੁਹਾਡੇ ਨਾਲ ਸਭ ਨਾਲ ਸਾਂਝੇ ਹੋਣਗੇ। ਤਾਂ ਆਪਾਂ ਸ਼ੁਰੂਆਤ ਕਰੀਏ ਕਿ ਆਪਾਂ ਮਤਲਬ ਕਿ ਖਾਸ ਤੌਰ ਤੇ ਇਸ ਮੀਟਿੰਗ ਦੇ ਵਾਸਤੇ ਡਾਕਟਰ ਕੁਲਦੀਪ ਦੀਪ ਹੋਰਾਂ ਨੇ ਕਿਹਾ ਕਿ ਆਪਾਂ ਨੂੰ ਇਮੀਡੀਏਟਲੀ ਇਸ ਦੀ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਹਜੇ ਤਾਜ਼ਾ ਹੀ ਅਸੀਂ ਉਹਦੇ ਵਿੱਚੋਂ ਦੀ ਹੋ ਕੇ ਆਏ ਹੈਗੇ ਆ, ਉਸ ਸਮਾਗਮ ਵਿੱਚੋਂ ਲੰਘੇ ਹੈਗੇ ਆ। ਸਾਡੇ ਤਜਰਬੇ ਵੀ ਸਾਂਝੇ ਆਪਣੇ ਕੁਝ ਤਾਜ਼ਾ ਨੇ ਤੇ ਕੁਝ ਗੱਲਾਂ ਸਾਡੇ ਮਨ 'ਚ ਚੱਲ ਰਹੀਆਂ ਹੁੰਦੀਆਂ ਨੇ। ਤਾਂ ਮੈਂ ਚਾਹਾਂਗਾ ਆਪਾਂ ਖੁੱਲ੍ਹ ਕੇ ਗੱਲ ਕਰੀਏ। ਮੈਂ ਜਿਵੇਂ ਕਹਿ ਰਿਹਾ ਸੀਗਾ ਸ਼ੁਰੂ ਦੇ ਵਿੱਚ ਕਿ ਆਪਾਂ ਤਾਰੀਫ ਜਿਹੜੀ ਹੈਗੀ ਹੈ ਵੀ ਖਾਣਾ ਵਧੀਆ ਸੀ, ਡਿਸਿਪਲਿਨ ਵਧੀਆ ਸੀ, ਸਾਰਾ ਕੁਝ ਠੀਕ ਸੀਗਾ, ਰਹਿਣ ਸਹਿਣ। ਆਪਾਂ ਪ੍ਰੋਗਰਾਮ ਨੂੰ ਮੱਦੇਨਜ਼ਰ, ਵਿਧਾ ਦੇ ਮੱਦੇਨਜ਼ਰ, ਵਿਧਾ ਦਾ ਜਿਹੜਾ ਹੈਗਾ ਸੀਗਾ ਸਰੂਪ ਦੇ ਮੱਦੇਨਜ਼ਰ ਅਸੀਂ ਜੋ ਡਿਸਕਸ ਕੀਤਾ, ਉਹਦੇ ਵਿੱਚੋਂ ਦੀ ਅਸੀਂ ਕੀ ਹਾਸਲ ਕੀਤਾ ਜਾਂ ਹੋਰ ਵਧੀਆ ਕਿਵੇਂ ਹਾਸਲ ਕਰ ਸਕਦੇ ਹਾਂ, ਇਹਦੇ ਬਾਰੇ ਉਸਦੀ ਪਲੈਨਿੰਗ ਦੇ ਬਾਰੇ ਆਪਾਂ ਮਤਲਬ ਕਿ ਜਿਹੜੀਆਂ ਗੱਲਾਂ ਕਰ ਸਕਦੇ ਹਾਂ ਆਪਾਂ ਉਸ ਨੂੰ ਮਤਲਬ ਕਿ ਡਿਸਕਸ ਕਰੀਏ। ਸਾਰੇ ਸਾਥੀ 2-2 ਮਿੰਟ ਦੇ ਵਿੱਚ ਸੋਲਿਡ ਪੁਆਇੰਟ ਵਾਈਜ਼ 1, 2, 3 ਆਪਾਂ ਇਸ ਤਰ੍ਹਾਂ ਗੱਲ ਕਰੀਏ ਤਾਂ ਕਿ ਆਪਾਂ ਕਿਤੇ ਠੋਸ ਮਤਲਬ ਕਿ ਕਿਤੇ ਸਿੱਟੇ ਤੇ ਪਹੁੰਚ ਸਕੀਏ। ਤੇ ਮੈਂ ਚਾਹੂੰਗਾ ਕਿ ਜਗਦੀਸ਼ ਕੁਲਰੀਆਂ ਸਾਰਿਆਂ ਨੂੰ 2-2 ਮਿੰਟ ਬੋਲਣ ਦਾ ਮੌਕਾ ਦੇਣ। ਹੋਰ ਵੀ ਜੇ ਸਾਥੀ ਜੁੜਨਗੇ ਤਾਂ ਉਸ ਹਿਸਾਬ ਨਾਲ ਆਪਾਂ ਉਹਨਾਂ ਦੇ ਨਾਲ ਗੱਲ ਸਾਂਝੀ ਕਰਦੇ ਰਹਾਂਗੇ। ਹਾਂਜੀ ਕੁਲਰੀਆ ਜੀ। ਹਾਂਜੀ, ਬਹੁਤ ਬਹੁਤ
ਧੰਨਵਾਦ ਡਾਕਟਰ ਸਾਹਿਬ। ਤੁਸੀਂ ਪ੍ਰੋਗਰਾਮ ਦੀ ਜਿਹੜੀ ਰੂਪਰੇਖਾ ਹੈ, ਉਸ ਮੀਟਿੰਗ ਦੀ ਰੂਪਰੇਖਾ ਹੈ, ਇਹਨੂੰ ਤਰਤੀਬ ਦਿੱਤੀ ਹੈਗੀ ਹੈ। ਮੇਰੇ ਕੁਲਰੀਆ ਸਾਹਿਬ ਤੁਹਾਡੀ ਆਵਾਜ਼ ਬੰਦ ਹੋ ਗਈ ਡਾਕਟਰ ਕੁਲਦੀਪ ਜੀ ਹੋਰਾਂ ਦਾ ਵੀ ਅੱਛੀ ਸੀ ਵੀ ਆਪਾਂ ਇੱਕ ਮੀਟਿੰਗ ਕਰੀਏ ਜਿਹਦੇ ਵਿੱਚ ਸਾਰੇ ਜੀ। ਹੈਲੋ। ਹਾਂ ਜੀ 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 ਹੈਲੋ। ਬੋਲੋ ਬੋਲੋ ਬੋਲੋ, ਪਿੱਛੋਂ ਆਵਾਜ਼ ਹਾਂਜੀ। ਥੋੜੀ ਕੱਟੀ ਗਈ ਜੀ। ਡਾਕਟਰ ਸਾਹਿਬ ਦਾ ਸੁਝਾਅ ਆਇਆ ਸੀ ਵੀ ਆਪਾਂ ਸਾਰੇ ਇੱਕ ਮੀਟਿੰਗ ਕਰੀਏ ਤਾਂ ਕਿ ਆਪਾਂ ਜਿਹੜੇ ਸੁਝਾਅ ਨੇ ਆਪਣੇ ਉਹ ਸਾਰਿਆਂ ਦੇ ਸੁਝਾਅ ਲੈ ਜਾਣ, ਵੀ ਇਕੱਲੇ ਇੱਕ ਬੰਦੇ ਦੇ ਸੁਝਾਅ ਨਾ ਹੋਣ, ਤੇ ਉਹ ਫਿਰ ਉਸ ਤੋਂ ਬਾਅਦ ਕੋਈ ਠੋਸ ਆਪਾਂ ਡਿਸੀਜਨ ਲੈ ਸਕੀਏ। ਤਾਂ ਮੈਂ ਹੁਣ ਬੇਨਤੀ ਕਰਦਾ ਆਪਣੇ ਚ ਸ਼ਾਮਲ ਨੇ ਹਰਪ੍ਰੀਤ ਸਿੰਘ ਰਾਣਾ ਜੀ, ਉਹਨਾਂ ਤੋਂ ਬਾਅਦ ਫਿਰ ਅਸੀਂ ਹੋਰਾਂ ਦੇ ਸੁਣਾਂਗੇ, ਕਿਉਂਕਿ ਡਾਕਟਰ ਦੀਪ ਨੇ ਥੋੜਾ ਜਿਹਾ ਵਿਸਤਾਰ 'ਚ ਗੱਲ ਕਰਨੀ ਹੈਗੀ ਹੈ। ਇਸ ਕਰਕੇ ਪਹਿਲਾਂ ਮੈਂ ਕੁਝ ਜਿਹੜੇ ਸਾਥੀ ਨੇ ਉਹਨਾਂ ਨੂੰ 2-2 ਮਿੰਟ ਦਾ ਸਮਾਂ ਦੇ ਰਿਹਾ ਹਾਂ, ਤਾਂ ਕਿ ਫਿਰ ਅਸੀਂ ਡਾਕਟਰ ਦੀਪ ਤੇ ਡਾਕਟਰ ਦੀਪਤੀ ਤੇ ਹਰਭਜਨ ਖੇਮਕਰਨੀ ਜੀ, ਇਹਨਾਂ ਦੇ ਥੋੜੇ ਜਿਹੇ ਆਪਾਂ ਵਿਸਤਾਰ 'ਚ ਗੱਲਬਾਤ ਸੁਣਾਂਗੇ ਇਹਨਾਂ ਤੋਂ। ਹਰਪ੍ਰੀਤ ਰਾਣਾ ਜੀ 2 ਮਿੰਟ ਦੇ ਲਈ ਆਪਣੀ ਗੱਲਬਾਤ ਕਰਨਗੇ ਜੀ। ਆਪਣਾ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੀ ਪਹਿਲਾਂ ਤਾਂ ਸਾਰੇ ਪ੍ਰਬੰਧਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਪ੍ਰੋਗਰਾਮ ਬਹੁਤ ਪੰਜਾਬੀ ਮਿੰਨੀ ਕਹਾਣੀ ਲਘੂ ਕਥਾ ਬੜੇ ਭਾਵਪੂਰਨ ਢੰਗ ਦੇ ਨਾਲ ਬੜੀ ਉੱਪਰ ਚਰਚਾ ਹੋਈ ਹੈ। ਬਾਕੀ ਅਗਲੇ ਜਿਹੜੇ ਪ੍ਰੋਗਰਾਮ ਤੁਸੀਂ ਲਿਖ ਰਹੇ ਹੋ ਜੀ, ਉਸ ਦੇ ਨਾਲ ਹੁਣ ਇੱਕ ਥੋੜੀ ਗੱਲ ਮਹਿਸੂਸ ਹੈ, ਜਿਵੇਂ ਹੁਣ ਹਿੰਦੀ ਤੇ ਪੰਜਾਬੀ ਲਘੂ ਕਥਾ ਦਾ ਆਪਣਾ ਮੇਨ ਚੱਲ ਰਿਹਾ, ਜਿਵੇਂ ਆਪਣੇ ਅੰਤਰਰਾਜੀ ਸਮਾਗਮ ਚੱਲਦਾ ਪਿਆ, ਮੈਨੂੰ ਇੱਕ ਮਹਿਸੂਸ ਕਰ ਰਿਹਾ ਕਿ ਨਾ ਜਿਸ ਤਰ੍ਹਾਂ ਹਜੇ ਪੰਜਾਬੀ ਹਿੰਦੀ ਲਘੂ ਕਥਾ ਪੰਜਾਬੀ ਚ ਅਨੁਵਾਦ ਹੋ ਕੇ ਸਾਡੇ ਸਾਹਮਣੇ ਕਾਫੀ ਆ ਰਹੀ ਹੈ, ਪਰ ਪੰਜਾਬੀ ਦੇ ਲੇਖਕਾਂ ਦੀਆਂ ਹਜੇ ਰਚਨਾਵਾਂ ਤਾਂ ਕੁਝ ਨੂੰ ਛੱਡ ਕੇ ਬਹੁਤੇ ਬੰਦੇ ਹਿੰਦੀ ਚ ਨਹੀਂ ਟ੍ਰਾਂਸਲੇਸ਼ਨ ਹੋ ਰਿਹਾ, ਅਨੁਵਾਦ ਨਹੀਂ ਹੋ ਰਿਹਾ। ਮੇਰਾ ਪ੍ਰਬੰਧਕਾਂ ਨੂੰ ਸੁਝਾਅ ਹੈ, ਇੱਕ ਬੇਨਤੀ ਵੀ ਹੈ ਕਿ ਇਸ ਵੱਲ ਧਿਆਨ ਦਿਓ ਕਿ ਜਿਵੇਂ ਅਗਲੇ ਪ੍ਰੋਗਰਾਮ ਵਿੱਚ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਬਣਾਓ, ਭਾਵੇਂ ਕੰਟਰੀਬਿਊਸ਼ਨ ਦੇ ਤੌਰ ਤੇ ਹੀ, ਕਿ ਪੰਜਾਬੀ ਦੀਆਂ ਜਿਹੜੀਆਂ ਕੁਝ ਹੋਰ ਨਵੇਂ ਲੇਖਕ ਵੀ ਜੁੜੇ ਪਏ ਨੇ, ਕੋਈ ਪੁਰਾਣੇ ਵੀ ਨੇ, ਉਹਨਾਂ ਦੀਆਂ ਮਿੰਨੀ ਕਹਾਣੀਆਂ ਨੂੰ ਵੀ ਕੋਈ ਇਸ ਤਰ੍ਹਾਂ ਪ੍ਰੋਜੈਕਟ ਹੋ ਕਿ ਹਿੰਦੀ ਦੇ ਵਿੱਚ ਅਨੁਵਾਦ ਹੋ ਕੇ ਪੁਸਤਕ ਰੂਪ ਦੇ ਵਿੱਚ ਪ੍ਰਕਾਸ਼ਿਤ ਹੋ ਕੇ ਅਗਲੇ ਸਾਲ ਰਿਲੀਜ਼ ਕੀਤੀਆਂ ਜਾਣ। ਬਾਕੀ ਪ੍ਰੋਗਰਾਮ ਬਹੁਤ ਵਧੀਆ, ਤੇ ਆਲੋਚਨਾ ਦਾ ਜਦੋਂ ਪ੍ਰੋਸੈਸ ਆਪਾਂ ਜੋ ਸ਼ੁਰੂ ਕੀਤਾ ਪਿਆ ਸੀ ਉਹ ਵੀ ਸੀ, ਉਹ ਐਤਕੀ ਗੈਦਰਿੰਗ ਵੀ ਬਹੁਤ ਜ਼ਿਆਦਾ ਹੋਈ ਹੈ, ਤੇ 100 ਦੇ ਲਗਭਗ ਆਪਣੇ ਵਿਅਕਤੀ ਹਾਜ਼ਰ ਸਨ, ਲੇਖਕ ਹਾਜ਼ਰ ਸਨ, ਤੇ ਬਹੁਤ ਵਧੀਆ ਪੈਰਾਮੀਟਰ ਹੋਇਆ। ਤੇ ਬਾਕੀ ਹੋਰ ਮੇਰਾ ਤਾਂ ਬਸ ਇਹੀ ਇੱਕ ਮੇਨ ਸੁਝਾਅ ਹੈਗਾ, ਇਸ ਬਾਰੇ ਬੇਨਤੀ ਹੈ ਕਿ ਗੌਰ ਕਰੋ। ਬਹੁਤ ਬਹੁਤ ਕੁਲਰੀਆ ਸਾਹਿਬ ਆਪਣੇ ਅਨਮਿਊਟ ਹੋ ਗਏ ਸੀ। ਹੈਲੋ, ਬਹੁਤ ਬਹੁਤ ਸ਼ੁਕਰੀਆ ਡਾਕਟਰ ਹਰਪ੍ਰੀਤ ਸਿੰਘ ਰਾਣਾ ਜੀ, ਤੁਸੀਂ ਆਪਣੇ ਬੜਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਹੁਣ ਮੈਂ ਬੇਨਤੀ ਕਰਦਾ ਹਾਂ, ਆਪਣੇ ਚ ਸੀਮਾ ਵਰਮਾ ਜੀ ਵੀ ਜੁੜੇ ਨੇ, 2 ਮਿੰਟ ਦੇ ਲਈ ਉਹ ਆਪਣੀ ਪ੍ਰਤੀਕਿਰਿਆ ਦੇਣਗੇ। ਮੈਡਮ ਸੀਮਾ ਵਰਮਾ। ਹੈਲੋ ਜੀ ਮੈਮ। ਜੀ ਮੈਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੈਂ ਵੀ ਜਿਹੜਾ ਪ੍ਰੋਗਰਾਮ ਐਤਕੀ ਅਟੈਂਡ ਕਰਕੇ ਆਈ ਹਾਂ, ਮੈਨੂੰ ਬਹੁਤ ਵਧੀਆ ਲੱਗਿਆ। ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ। ਤੇ ਦੂਸਰਾ ਜਿਹੜਾ ਮੈਂ ਇਹਦੇ ਵਿੱਚ ਨੋਟ ਕੀਤਾ ਹੈ ਕਿ ਮੈਨੂੰ ਏਦਾਂ ਲੱਗਦਾ ਕਿ ਜੇਕਰ ਕੋਈ ਰਚਨਾਕਾਰ ਕਹਾਣੀ ਸੁਣਾ ਰਿਹਾ ਹੈ ਔਰ ਜੋ ਆਲੋਚਨਾ ਉਹਦੀ ਹੋ ਰਹੀ ਹੈ ਜਾਂ ਜੋ ਸਮੀਖਿਆ ਉਹਦੀ ਕੀਤੀ ਜਾ ਰਹੀ ਹੈ, ਉਹਦੇ ਵਿੱਚ ਡਾਇਰੈਕਟ ਜਿਹਦਾ ਪੈਨਲ ਇੱਕ ਸੋਚਿਆ ਸੀਗਾ ਕਿ ਪੈਨਲ ਬਿਠਾਇਆ ਜਾਏ ਤੇ ਜੋ ਕੁਐਸਚਨ ਉਹ ਚਾਹੁੰਦੇ ਆ ਉਹਨਾਂ ਤੋਂ ਪੁੱਛਣਾ ਕਿ ਕੀ ਕਮੀ ਆ ਔਰ ਕਿਸ ਤਰ੍ਹਾਂ ਉਹ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਅਗਰ ਇਹ ਪੋਸੀਬਿਲਿਟੀ ਕੋਈ ਹੋ ਸਕੇ ਤਾਂ ਇਹੋ ਜਿਹਾ ਕੰਮ ਵੀ ਜ਼ਰੂਰ ਕਰਨਾ ਚਾਹੀਦਾ। ਮੇਰਾ ਇਹ ਸੁਝਾਅ ਹੈ ਕਿ ਅਗਰ ਏਦਾਂ ਕੋਈ ਹੋ ਸਕਦਾ ਹੈ, ਜਿਵੇਂ ਨਵੋਦਿਤ ਹੈ ਉਹ ਕਹਾਣੀ ਲਿਖਦੇ ਹੈ ਔਰ ਉਸ ਕਹਾਣੀ ਨੂੰ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਦੇਖੋ ਜਿਹੜੇ ਵੱਡੇ ਵਰਿਸ਼ਟ ਲਘੂ ਕਥਾਕਾਰ ਹੈ, ਜਿਹਨਾਂ ਨੂੰ ਪਤਾ ਹੈ ਕਿ ਕਹਾਣੀ ਲਿਖੀ ਕਿਵੇਂ ਜਾਂਦੀ ਹੈ, ਮਿੰਨੀ ਕਹਾਣੀ ਹੈ ਜਾਂ ਲਘੂ ਕਥਾ ਅਸੀਂ ਲਿਖਦੇ ਹਾਂ, ਉਹਦੇ ਵਿੱਚ ਨਵੇਂ ਵਾਲਿਆਂ ਨੂੰ ਨਹੀਂ ਪਤਾ ਕਿ ਉਹਦੇ ਵਿੱਚ ਕੀ ਕਮੀਆਂ ਪੇਸ਼ੀਆਂ ਹੋ ਸਕਦੀਆਂ। ਉਹ ਆਪਣੀ ਕਹਾਣੀ ਲਿਖਦੇ ਆ, ਉਹ ਲਿਖ ਕੇ ਉਹਨਾਂ ਸਾਹਮਣੇ ਪੇਸ਼ ਕਰਦੇ ਆ
ਔਰ ਉਹਦੇ ਵਿੱਚ ਜੋ ਕੋਈ ਕਮੀ ਪੇਸ਼ੀ ਹੈ ਉਹਨੂੰ ਡਾਇਰੈਕਟ ਤਰੀਕੇ ਨਾਲ ਅਗਰ ਦੱਸਿਆ ਜਾਵੇ ਤਾਂ ਕਿ ਉਹ ਹੋਰ ਸੁਧਾਰ ਕਰ ਸਕਣ ਉਸ ਚੀਜ਼ ਦੇ ਵਿੱਚ, ਮੈਨੂੰ ਏਦਾਂ ਲੱਗਦਾ ਹੈ। ਠੀਕ ਹੈ ਜੀ, ਠੀਕ। ਠੀਕ ਹੈ। ਹਾਂਜੀ, ਹਾਂ, ਸ਼ੁਕਰੀਆ ਮੈਡਮ ਸੀਮਾ ਵਰਮਾ ਜੀ, ਜਿਨ੍ਹਾਂ ਨੇ ਆਪਣਾ ਥੈਂਕ ਸੁਝਾਅ ਦਿੱਤਾ। ਤੇ ਹੁਣ ਸਾਡੇ ਨਾਲ ਮੈਡਮ ਗੁਰਪ੍ਰੀਤ ਕੌਰ ਵੀ ਨੇ, ਜੋ ਕਿ ਪਿਛਲੇ 2-3 ਪ੍ਰੋਗਰਾਮਾਂ ਤੋਂ ਸਾਡੇ ਨਾਲ ਖਾਸ ਤੌਰ ਤੇ ਅੰਤਰਰਾਜੀ ਜੀ ਜੁੜੇ ਨੇ, ਤੇ ਜੋ ਤ੍ਰੈਮਾਸਿਕ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਦੀ ਲਗਾਤਾਰ ਹਾਜ਼ਰੀ ਹੁੰਦੀ ਹੈ। ਤੇ ਮੈਂ ਬੇਨਤੀ ਕਰਾਂਗਾ ਗੁਰਪ੍ਰੀਤ ਕੌਰ ਜੀ ਨੂੰ ਕਿ ਉਹ ਵੀ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕਰਨ। ਮੈਡਮ ਗੁਰਪ੍ਰੀਤ ਕੌਰ। ਬਹੁਤ ਬਹੁਤ ਸ਼ੁਕਰੀਆ ਸਰ। ਸਰ ਮੈਨੂੰ ਏਦਾਂ ਲੱਗਦਾ ਕਿ ਮੈਂ ਤਾਂ ਬਿਲਕੁਲ ਨਵੀਂ ਆ, ਮੈਂ ਸੁਝਾਅ ਦੇਣ ਦੇ ਹਲੇ ਆਪਣੇ ਆਪ ਨੂੰ ਲਾਇਕ ਨਹੀਂ ਸਮਝਦੀ ਆ ਇੰਨਾ। ਮੈਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਿਆ, ਬੜਾ ਕੁਝ ਸਿੱਖਣ ਨੂੰ ਮਿਲਿਆ। ਤੇ ਜਿਹੜੀ ਗੱਲ ਮੈਮ ਉਹਨਾਂ ਨੇ ਕਹੀ ਆ ਵੀ ਤੇ ਉੱਥੇ ਦੇਖਿਆ, ਅਸੀਂ ਨੋਟ ਕੀਤਾ ਵੀ ਟਾਈਮ ਦੀ ਸ਼ੋਰਟੇਜ ਕਿਤੇ ਨਾ ਕਿਤੇ ਹੋ ਰਹੀ ਸੀ, ਇਸ ਕਰਕੇ ਵੀ ਆਲੋਚਨਾ ਜਿਹੜੀ ਕੀਤੀ ਜਾ ਰਹੀ ਸੀਗੀ ਉਹ ਜ਼ਿਆਦਾ ਡਿਟੇਲ 'ਚ ਵੀ ਨਹੀਂ ਕਰ ਪਾਏ ਆਲੋਚਨਾਕਾਰ, ਜੋ ਗੱਲਾਂ ਉਹਨਾਂ ਨੇ ਦੱਸਣੀਆਂ ਸੀ ਸਾਨੂੰ। ਤਾਂ ਜਿਵੇਂ ਮੈਮ ਕਹਿ ਰਹੇ ਨੇ ਕਿ ਉਹ ਚੀਜ਼ ਬਾਅਦ ਵਿੱਚ ਆਪਾਂ ਰਿਟਰਨ 'ਚ ਵੀ ਜੇ ਹੋ ਸਕਦਾ ਤਾਂ ਆਪਾਂ ਨੂੰ ਜਿੱਦਾਂ ਕੋਈ ਲੱਗਦੀ ਆ ਗੱਲ, ਉਹ ਰਿਟਰਨ ਵਿੱਚ ਆਪਾਂ ਅਗਲੇ ਨੂੰ ਭੇਜ ਸਕਦੇ ਹਾਂ ਕਿ ਟਿੱਪਣੀਆਂ, ਜੇ ਆਪਾਂ ਉਸ ਟਾਈਮ ਤੇ ਉੱਥੇ ਨਹੀਂ ਕਰ ਪਾ ਰਹੇ ਗੱਲ ਉਹ ਵਾਲੀ ਵੀ। ਜਿਸ ਤਰ੍ਹਾਂ ਸਰ ਮੇਰੀ ਕਹਾਣੀ ਸੀ ਰਾਣਾ ਸਰ ਉਹਨਾਂ ਨੇ ਕਿਹਾ ਵੀ ਵਿਸਥਾਰ ਸੀਗਾ ਇਹਦੇ ਵਿੱਚ ਜ਼ਿਆਦਾ, ਤਾਂ ਵੀ ਮੈਂ ਪਰਸਨਲ ਤੌਰ ਤੇ ਸਰ ਨਾਲ ਇਹ ਚੀਜ਼ ਤੇ ਬਾਅਦ ਵਿੱਚ ਡਿਸਕਸ਼ਨ ਕਰਨਾ ਚਾਹੁੰਦੀ ਸੀਗੀ ਵੀ ਕਿਹੜੀ ਗੱਲਾਂ ਮੈਂ ਉਹ ਚੋਂ ਕੱਟ ਸਕਦੀ ਹਾਂ, ਜਾਂ ਕਿਸ ਤਰੀਕੇ ਨਾਲ ਮੈਂ ਉਹਨੂੰ, ਜਿੱਦਾਂ ਪ੍ਰਭਾਕਰ ਸਰ ਉਹਨੇ ਵੀ ਕਹਿੰਦੇ ਸੀ ਵੀ ਨਵਿਆਂ ਨੂੰ ਕਾਂਟ ਛਾਟ ਨਹੀਂ ਕਰਨੀ ਆਉਂਦੀ, ਵੀ ਉਹ ਕਿਸ ਤਰੀਕੇ ਨਾਲ ਕਿਹੜੇ ਐਂਗਲਸ ਤੋਂ ਅਸੀਂ ਆਪਣੀ ਕਹਾਣੀ ਨੂੰ ਦੇਖ ਕੇ ਉਹਨੂੰ ਸ਼ਾਰਟ ਕਿਸ ਤਰੀਕੇ ਨਾਲ ਕਰਨਾ, ਉਹਦੇ ਬਾਰੇ ਵੀ ਸਾਨੂੰ ਟੈਕਨੀਕਲ ਜਾਣਕਾਰੀ ਜਿਹੜੀ ਆ ਉਹ ਚਾਹੇ WhatsApp ਰਾਹੀਂ ਥੋੜੇ ਬਹੁਤੇ ਹਿੰਟ ਦੇ ਤੌਰ ਤੇ ਸਾਡੇ ਨਾਲ ਜਿਵੇਂ ਸਾਂਝੀ ਹੋ ਜਾਵੇ ਤਾਂ ਸਾਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਸੇਧ ਮਿਲ ਸਕਦੀ ਹੈ ਜੀ। ਸ਼ੁਕਰੀਆ ਸਰ। ਹਾਂ, ਬਿਲਕੁਲ ਬਿਲਕੁਲ ਗੁਰਪ੍ਰੀਤ, ਤੁਹਾਡਾ ਵਧੀਆ ਸੁਝਾਅ ਹੈ, ਕੋਈ ਗੱਲ ਨਹੀਂ। ਇਹ ਤੇ ਜਿੰਨੇ ਵੀ ਸੁਝਾਅ ਨੇ ਅਸੀਂ ਸਾਰੇ ਨੋਟ ਕਰ ਰਹੇ ਹੈਗੇ ਆ, ਤੇ ਕੋਈ ਠੋਸ ਗੱਲਬਾਤ ਤੁਹਾਨੂੰ ਸਾਹਮਣੇ ਦਾ ਰਿਜ਼ਲਟ ਦੇਵਾਂਗੇ। ਤੇ ਮੈਂ ਹੁਣ ਬੇਨਤੀ ਕਰਦਾ ਹਾਂ AK ਦੇ ਨਾਮ ਦੇ ਨਾਲ ਕੋਈ ਜੁੜੇ ਨੇ ਸਾਡੇ ਨਾਲ ਸਾਥੀ, AK ਦੇ ਨਾਮ ਨਾਲ, ਤੇ ਉਹ ਕੌਣ ਨੇ, ਉਹ ਕਿਰਪਾ ਕਰਕੇ ਆਪਣੀ ਗੱਲ ਰੱਖ ਸਕਦੇ। नमस्कार, मैं अंतरा करवड़े हूँ। जी हाँ जी, जी, वेलकम। हाँ जी जी। जहाँ तक मुझे समझ में आ रहा है, मुझे ये कहना है कि जो हम लोगों ने अंतर्राज्यीय सम्मेलन में शिरकत की, उससे संबंधित हमारी क्या प्रतिक्रिया है? मैं सही हूँ? जी जी हाँ जी जी। हाँ जी। देखिए, मुझे 2 बिंदु बहुत संक्षेप में मुझे यहाँ पर बताने जैसी लगे कि बहुत सारी पंजाबी या हिंदी लघु कथाएं ऐसी थी कि जिनमें बहुत हम कह सकते हैं बहुत संजीदगी थी, और बहुत अच्छे से वो चूंकि पठन उनका उतना सही नहीं था, इसलिए उतने अच्छे तरीके से श्रोताओं के बीच नहीं आ पाई। तो मेरा एक छोटा सा सुझाव ये है कि यदि हम 3 या 4 वाचक यदि रख सकें कि जिनका यदि वो आकाशवाणी से हो या जिनका वाचन सामान्य से थोड़ा सा बेहतर हो, तो जरूरी नहीं है कि जो लघु कथा जिसने लिखी है वही सभी के समक्ष प्रस्तुत करें, क्योंकि अभिव्यक्ति बहुत अलग चीज है। हम वहां पर किसी भी लघु कथाकार को एक बेहतर वॉइस ओवर आर्टिस्ट के रूप में प्रशिक्षण देने नहीं आए हैं। तो बेहतर चीज जो हमारी अपेक्षा है वो ये है कि लघु कथाएं सभी के समक्ष आए, फिर वो उस लेखक के द्वारा ही आए, मुझे नहीं लगता ये जरूरी है। तो उनके बेहतर प्रदर्शन के लिए, सही प्रेजेंटेशन के लिए यदि 3 या 4 व्यक्ति हम लोग रखें, जो आपके लघु कथाकार भी हो सकते हैं, और उन्हें पहले से लघु कथाएं दे दी जाएं, तो जहां तक मैं समझती हूँ सही वाचन श्रोताओं के समक्ष पहुंच सकेगा। एक तो ये बिंदु है। दूसरी बात ये भी है कि हमने यहाँ पर लघु कथाओं का वाचन वाला सत्र भी था। दूसरी बात, हमने रिसर्च पेपर्स भी पढ़े, लेकिन थोड़ा सा यदि उसे अकादमिक स्पर्श मिल सकता, यदि हम लघु कथा पर शोध कार्य करने वाले विश्वविद्यालय से संबंधित किसी व्यक्तियों के साथ में अगर किसी सत्र को भी रख पाए तो बहुत बेहतर होगा। दूसरी चीज, लघु कथा विधा से संबंधित जो विमर्श होते हैं, उन विमर्शों को लेकर यदि 1 या 2 सत्र रखे जा सके। और इसके आगे मैं चाहूंगी कि जैसे ये पंजाबी और हिंदी था, इसमें हम और भी यदि भाषाओं को मिला सके, और दूसरा आगे चलकर इसे हम वैश्विक स्वरूप कैसे दे सकते हैं उसकी ओर यदि सोचें, तो ये एक बड़ा कदम होगा कि विश्व भर में लघु कथा की क्या स्थिति है उस पर विमर्श भी होने चाहिए,
वहाँ के वैश्विक स्वरूप से प्रतिभागियों का इसमें आना भी उन्होंने चाहिए। और सब एक वैश्विक स्वरूप जब तक हम लोग सोचेंगे नहीं, अभिव्यक्ति के अलग अलग माध्यम सोचेंगे नहीं, तब तक कार्यक्रमों में फिर एक रसता आती जाती है। बाकी कार्यक्रम पूरी तरीके से सभी कोणों से बहुत अच्छा था। यहाँ पर मैं अपनी बात समाप्त करना चाहूंगी। बहुत बहुत धन्यवाद। हाँ जी, बहुत बहुत धन्यवाद मैडम अंतरा करबड़े जी, जिन्होंने अपने बहुत जवाब हमें दिए। अब मैं निवेदन करूंगा वसुधा गाडगिल जी से, वो भी हमारे साथ जुड़ी हुई हैं, कि वो भी 2 मिनट के लिए अपने विचार आपके साझे करें। मैडम वसुधा गाडगिल जी, सभी को नमस्कार। आवाज आ रही है जगदीश कुलारिया जी? जी जी हाँ जी, हाँ जी। जी जी, सभी को नमस्कार करती हूँ। बहुत अच्छे आयोजन, बहुत सार्थक लघु कथा सम्मेलन के बाद इंदौर आए हैं और दीपावली के त्योहार की तरफ मुड़ गए हैं। तो सबसे पहले तो आपको दीपावली की सभी को शुभकामनाएं देती हूँ। दूसरी बात, सबसे महत्वपूर्ण बात जो मुझे लगी कि ये पंजाबी और हिंदी लघु कथा सम्मेलन था। मुझे ऐसा लगा कि सत्रों में जब पंजाबी लघु कथाओं का पाठ हो रहा था, तो उसके बाद एक व्यक्ति ऐसे रहे जो उस लघु कथा का संक्षेप में सार बता दे कि ये क्या कहना चाह रहे हैं, क्योंकि हिंदी भाषियों को वो चीज समझ में नहीं आ रही थी। हम लोग ब्लैंक फेस लेके बैठे थे। जहां उनके भाव भंगिमाएं, उनकी देह बोली से हम समझ पा रहे थे, उनकी कायिक भाषा से हम समझ पा रहे थे कि ये क्या कहना चाह रहे हैं। लेकिन कहीं कहीं मुझे ऐसा लगा जो लघु कथा शायद बहुत बहुत अधिक संवेदनशील थी, जिसको लेके पंजाबी लोगों के भाषा भाषियों के हाव भाव काफी गंभीर थे और हम लोग उसे समझ नहीं पा रहे थे। तो वहां हमें लग रहा था कि हम कुछ चूक रहे हैं। हमें ये, यदि ये लघु कथा समझ में आ जाती तो बहुत अच्छा रहता। तो ये बात। दूसरी बात ये कि अंतर्राष्ट्रीय स्तर पर हमें जाना बहुत जरूरी है। इसके लिए एक सत्र विभिन्न भारत की जितनी भाषाएं हैं उनको लेके यदि 2-2 लघु कथाएं रखी जाए, उनका अनुवाद कर दिया जाए, एक अनुवाद सत्र रखा जाए, और उसके साथ ये सारी लघु कथाएं और वैश्विक स्तर पर की पढ़ी जाने वाली लघु कथाएं, इन सबको क्लब करके यदि एक सत्र रखा जाए तो ये बहुत बड़ा अंतर्राष्ट्रीय स्वरूप ले लेगा ये सम्मेलन। क्योंकि आपके पास प्रबंधन है, आपके पास व्यवस्थापन है, आपके पास वो आइडियाज हैं। आदरणीय दीप्ति सर से कहना चाहूंगी ये बात कि इतना कुशल नेतृत्व है और पंजाब में काफी गंभीर लघु कथाकार है, तो ये काम भविष्य में किया जा सकता है। बहुत बहुत धन्यवाद। हाँ जी, हाँ, बहुत बहुत धन्यवाद मैडम वसुधा गाडगिल जी, जो आपने बहुत उत्तम विचार हमसे साझे किए। मैं बेनती करूंगा जोगराज प्रभाकर जी से कि वो भी अपने विचार हमारे साथ साझे करें। श्री जोगराज। एक बड़ा मामूली जिहा पॉइंट पर बहुत इंपॉर्टेंट पॉइंट। उत्थे तकरीबन मेरे ख्याल 50-60 के करीब लोग कथावां पढ़िया गई ने। अपने पंजाबी वाले अद्धे तो ज्यादा ने एक कहा कि मेरी कहानी का सिरलेख है। ये उन्होंने भाई सिखाया जाए पहले कि कहानी नहीं कहनी, मिनी कहानी कहनी है। बहुत सीनियर बंदियां ने भी कहानी कहा, मैनू बड़ा मैनू माड़ा लगा। दूजा पॉइंट राणा साहब ने कहा एक पंजाबी तो हिंदी वास्ते, तो थोड़ा बहुत काम मैं भी किया ते कुटिया साहब ने बहुत काम किया। मैं इस मीटिंग दे विच ये वादा करना चाहना मंच के नाल कि कोई भी साझा संग्रह 1 या 2 तुसी तैयार करो, ਉਹਨੂੰ छापण दी और अनुवाद करने की जिम्मेवारी और ते पैसे जिम्मेवारी मेरी होएगी। ये मेरा मंच नाल वायदा है। बहुत अच्छा। 3 चीज़ां दीप साहब, मिनी कहानियां दी पर सैशन जी गिनती सी बहुत ज्यादा सी जी। पहले सैशन च 26 मिनी कहानियां पढ़िया गई, जिन्हें जो 4-5 हिंदी दियां सी, बाकी सारियां पंजाबी दियां सी जी। उन्होंने उत्ते समीक्षका ने बोलिया भी, देखो जी मैं नहीं मानता कि ह्यूमनली ये पॉसिबल है कि 26 मिनी कहानियां कोई सिर्फ सुन के उन्होंने एक समीक्षा कर सके जी। उत्थे की होएगा, दीप साहब अष्टले मारे जाएंगे और अष्टले बजे भी हैं जी। बिल्कुल बिल्कुल बिल्कुल। कोई भी नॉन पंजाबी भाषी 20 मिनी कहानियों के उत्ते एक नहीं समीक्षा कर सकता, और अष्टले मारन का कोई फायदा नहीं है। ਉਹਦੇ ਵਾਸਤੇ ਕੀ ਹੋ ਸਕਦਾ ਹੈ ਕਿ ਇਹ ਮੇਰੀ ਬਹੁਤ ਸਟਰੋਂਗ ਸੁਜੈਸ਼ਨ ਹੈ ਕਿ ਸਮੀਖਿਆ ਨੂੰ ਆਲੋਚਕ ਜਿਨ੍ਹਾਂ ਨੇ ਬੋਲਣਾ ਉਹਨਾਂ ਨੂੰ ਪਹਿਲਾਂ ਜਿਹੜੀਆਂ ਵੀ ਰਚਨਾਵਾਂ ਨੇ ਉਹਨਾਂ ਨੂੰ ਪ੍ਰੋਵਾਈਡ ਕਰਾਈਆਂ ਜਾਣ, ਤਾਂ ਕਿ ਉਹ ਅੱਛੀ ਤਰ੍ਹਾਂ ਉਹਦੇ ਉੱਤੇ ਲਿਖ ਕੇ ਔਰ ਆਪਣੀ ਤਿਆਰੀ ਕਰਕੇ मतलब ਲੇਖਕ ਨੂੰ ਵੀ ਫਾਇਦਾ ਹੋਵੇ ਔਰ ਵਿਧਾ ਦਾ ਵੀ ਫਾਇਦਾ ਹੋਵੇ। ਬਿਲਕੁਲ ਬਿਲकुल। ਤੀਜੀ ਚੀਜ਼ ਸਰ ਇਹ ਹੈ ਕਿ ਹਿੰਦੀ ਤੇ ਪੰਜਾਬੀ ਦੇ ਸੈਸ਼ਨ ਅੱਡ-ਅੱਡ ਹੋਣੇ ਚਾਹੀਦੇ।
ਇਹ ਮਿਲਗੋਬਾ ਜਿਹਾ ਜਚਿਆ ਨਹੀਂ ਹੈ। ਹਿੰਦੀ ਤੇ ਪੰਜਾਬੀ ਦੇ ਸੈਸ਼ਨ ਅੱਡ-ਅੱਡ ਹੋਣ, ਔਰ ਜਿਹੜੇ ਸਮੀਖਕ ਹੈ ਨਾ ਜੀ, ਸਮੀਖਕ, ਉਹ 2 ਤੋਂ ਵੱਧ ਨਹੀਂ ਹੋਣੇ ਚਾਹੀਦੇ ਇੱਕ ਸੈਸ਼ਨ ਦੇ ਵਿੱਚ। 4 ਸਮੀਖਕ ਬਣਨ ਦੇ ਨਾਲ ਇੱਕ ਵਕਤ ਬਹੁਤ ਜ਼ਾਇਆ ਹੁੰਦਾ, ਔਰ ਲੋਕਾਂ ਦੀ ਜਿਹੜੀ ਰੁਚੀ ਉਹਦੇ ਵਿੱਚ ਘਟ ਰਹੀ ਹੈ। ਬਸ ਮੈਂ ਇਹੀ ਕਹਿਣਾ ਚਾਹੁੰਦਾ ਸੀ। ਮੁਬਾਰਕਬਾਦ ਆਪਾਂ ਨੂੰ ਕਈ ਦਿਨਾਂ ਦੀ ਮਿਲ ਰਹੀਆਂ, ਤਾਂ ਮੇਰੇ ਵੱਲੋਂ ਵੀ ਮੁਬਾਰਕਬਾਦ ਲੈ ਲਓ। ਥੈਂਕ ਯੂ ਵੈਰੀ ਮਚ। ਬਹੁਤ ਅੱਛਾ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੋਗਰਾਜ ਪ੍ਰਭਾਕਰ ਜੀ, ਤੁਸੀਂ ਬਹੁਤ ਕੀਮਤੀ ਸੁਝਾਅ ਦਿੱਤੇ, ਕਿਉਂਕਿ ਆਪਾਂ ਹਰ ਪ੍ਰੋਗਰਾਮ 'ਚ ਕੋਈ ਨਾ ਕੋਈ ਤਜਰਬਾ ਕਰਦੇ ਹੈਗੇ ਆ। ਤੁਹਾਡੇ ਸੁਝਾਵਾਂ ਤੇ ਗੌਰ ਕਰਾਂਗੇ, ਕਿਉਂਕਿ ਆਪਾਂ ਰਚਨਾਵਾਂ ਪਹਿਲਾਂ ਵੀ ਮੰਗਵਾਉਂਦੇ ਰਹੇ ਹਾਂ, ਸੈਸ਼ਨ ਵੀ ਅਲੱਗ-ਅਲੱਗ ਕਰਦੇ ਰਹੇ ਹਾਂ। ਇਸ ਵਾਰ ਆਪਣਾ ਤਜਰਬਾ ਸੀ, ਚਲੋ ਤਜਰਬੇ 'ਚ ਨਵੀਆਂ ਗੱਲਾਂ ਨਿਕਲੇ ਨੇ, ਆਪਾਂ ਇਹਨਾਂ ਤੇ ਗੌਰ ਕਰਾਂਗੇ। ਹੁਣ ਮੈਂ ਬੇਨਤੀ ਕਰਦਾ ਦਰਸ਼ਨ ਬਰੇਟਾ ਜੀ ਨੂੰ ਕਿ ਉਹ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕਰਨ। ਦਰਸ਼ਨ ਬਰੇਟਾ। ਹਾਂਜੀ, ਨਮਸਕਾਰ ਜਗਦੀਸ਼ ਜੀ ਤੇ ਬਾਕੀ ਸਾਰੇ ਸਾਥੀਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ। ਵੈਲਕਮ ਜੀ, ਵੈਲਕਮ। ਆਪਣਾ ਜਿਹੜਾ ਪ੍ਰੋਗਰਾਮ ਹੈ ਮਿੰਨੀ ਕਹਾਣੀ ਸੰਮੇਲਨ, ਇਸ ਦੀ ਬਹੁਤ ਅੱਛੀ ਕਾਮਯਾਬੀ ਰਹੀ, ਕਿਉਂਕਿ ਉਸ ਸਮੇਂ ਦੌਰਾਨ ਵੀ ਤੇ ਆਉਣ ਲੱਗਿਆਂ ਵੀ ਜਿੰਨੇ ਵੀ ਸਾਥੀਆਂ ਨਾਲ ਕੋਈ ਗੱਲਬਾਤ ਹੋਈ, ਉਹਨਾਂ ਨੇ ਇਸ ਸੰਮੇਲਨ ਦੇ ਵਿੱਚ ਪੂਰਾ ਗੁਰੁੱਚ ਹੋ ਕੇ ਆਪਣੀ ਸ਼ਮੂਲੀਅਤ ਕੀਤੀ ਤੇ ਉਹਨਾਂ ਸਾਰਿਆਂ ਨੂੰ ਚੰਗਾ ਲੱਗਿਆ। ਇਸ ਕਰਕੇ ਮੈਂ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ। ਤੇ ਦੂਸਰੀ ਮੇਰੀ ਤਾਂ ਇੱਕੋ ਹੀ ਹੈ ਬੇਨਤੀ ਇਸ ਮਾਮਲੇ ਦੇ ਵਿੱਚ ਕਿ ਕਿਤੇ ਨਾ ਕਿਤੇ ਨਾ ਇਸ ਤਰ੍ਹਾਂ ਦਾ ਕੋਈ ਪ੍ਰਾਵਧਾਨ ਕੀਤਾ ਜਾਵੇ ਵੀ ਸੈਸ਼ਨ ਦੇ ਵਿੱਚ, ਜਦੋਂ ਸੈਸ਼ਨ ਚੱਲ ਰਿਹਾ ਹੈ, ਜਿੰਨੇ ਆਪਣੇ ਸਾਥੀ ਉੱਥੇ ਆਏ ਹੋਏ ਨੇ, ਵਿਦਵਾਨ ਲੋਕ ਨੇ ਜਾਂ ਕਹਾਣੀ ਪੜ੍ਹਨ ਵਾਸਤੇ ਆਏ ਹੋਏ ਨੇ, ਉਹਨਾਂ ਦੇ ਵਿੱਚੋਂ ਕੁਝ ਕੁ ਸਾਥੀ ਨਹੀਂ ਬਹੁਤੇ ਵੀ ਉਹਨਾਂ ਦੇ ਵਿੱਚੋਂ ਉਹ ਕਹਾਣੀ ਆ ਮਿੰਨੀ ਕਹਾਣੀ ਉਹਨਾਂ ਨੇ ਪੜ੍ਹੀ, ਮਿੰਨੀ ਕਹਾਣੀ ਪੜ੍ਹਨ ਤੋਂ ਬਾਅਦ ਉਹ ਨਾਲ ਦੀ ਨਾਲ ਉਹਨਾਂ ਨੇ ਜਾਣ ਦੀ ਕੋਸ਼ਿਸ਼ ਕੀਤੀ। ਖਿਸ ਗਏ। ਹਾਂ, ਖਿਸ ਗਏ, ਬਿਲਕੁਲ ਪ੍ਰਭਾਕਰ ਜੀ, ਆਪਾਂ ਇਹ ਕਹਿ ਸਕਦੇ ਹਾਂ। ਤਾਂ ਇਹਦੇ ਨਾਲ ਨਾ ਕਿਤੇ ਇੰਝ ਲੱਗਦਾ ਵੀ ਉਹ ਜਿਹੜੇ ਵਿਅਕਤੀ ਨੇ ਮਿੰਨੀ ਕਹਾਣੀ ਦੇ ਪ੍ਰਤੀ ਡੈਡੀਕੇਸ਼ਨ ਨਹੀਂ ਹੈਗੀ। ਇੱਕ ਜਿਹੜੀ ਮੈਨੂੰ ਸਭ ਤੋਂ ਸੁਜੈਸ਼ਨ ਹੈ ਮੇਰੀ ਪਰਸਨਲ ਤੌਰ ਦੇ ਉੱਤੇ, ਜਿਹੜਾ ਆਪਣਾ ਲਾਸਟ ਸੈਸ਼ਨ ਸੀ, ਬਿਲਕੁਲ ਉਹਦੇ ਵਿੱਚ ਜਿਹੜੇ ਵਿਦਵਾਨਾਂ ਦੇ ਵਿਚਾਰ ਸੀ, ਦੇਖੋ ਇੰਨੇ ਵਡਮੁੱਲੇ ਵਿਚਾਰ ਸੀ, ਜਿੰਨੇ ਆਪਣੇ ਕੋਲੇ ਯੂਨੀਵਰਸਿਟੀਆਂ ਤੋਂ ਪ੍ਰੋਫੈਸਰ ਸਾਹਿਬਾਨ ਆਏ ਹੋਏ ਸੀ ਜਾਂ ਹੋਰ ਸਾਥੀ ਸੀ, ਬੜੀ ਉਹ ਗੰਭੀਰ ਵਿਚਾਰਧਾਰਾ ਚੱਲ ਰਹੀ ਸੀ। ਪਰੰਤੂ ਜੇ ਆਪਾਂ ਜਿਹੜੇ ਸਨਮਾਨ ਨੇ ਜਾਂ ਜਿਹੜੀਆਂ ਆਪਾਂ ਕਿਤਾਬਾਂ ਦਾ ਰਿਲੀਜ਼ ਸਮਾਗਮ ਹੈਗਾ ਵੀ ਉਹ ਬਾਅਦ 'ਚ ਕਰੀਏ ਤੇ ਪਹਿਲਾਂ ਆਪਾਂ ਉਹਨਾਂ ਦੇ ਵਿਚਾਰ ਸੁਣੀਏ, ਤਾਂ ਫਿਰ ਉਹ ਸਾਰਿਆਂ ਤੱਕ ਗੱਲਬਾਤ ਡਿਲੀਵਰ ਹੋਏਗੀ। ਨਹੀਂ, ਆਪਾਂ ਨੇ ਦੇਖਿਆ ਸਾਰੇ ਨੇ ਕਿ ਸਾਰੀ ਮੇਰੇ ਖਿਆਲ ਵੀ 20% ਸਾਥੀ ਰਹਿ ਗਏ ਸੀ ਲਾਸਟ ਵਾਲੇ ਸੈਸ਼ਨ ਦੇ ਵਿੱਚ, ਤੇ ਬਾਕੀ ਸਾਰੇ ਚਲੇ ਗਏ ਸੀ। ਇਹ ਮੈਨੂੰ ਜ਼ਰੂਰ ਮਹਿਸੂਸ ਹੋਈ ਗੱਲ ਲੜਕੀ, ਕਿਉਂਕਿ ਵਿਦਵਾਨਾਂ ਨੂੰ ਵੀ ਨੈਚੁਰਲੀ ਜਿਹੜੇ ਆਉਂਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕੰਸੈਪਟ ਜਾਂਦਾ ਹੋਏਗਾ। ਬਾਕੀ ਓਵਰਆਲ ਬਹੁਤ ਵਧੀਆ ਰਿਹਾ। ਸਫਲ ਪ੍ਰਬੰਧਨ ਦੀਆਂ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਪ੍ਰਿੰਸੀਪਲ ਦਰਸ਼ਨ ਬਰੇਟਾ ਜੀ, ਜਿਨ੍ਹਾਂ ਨੇ ਬਹੁਤ ਅੱਛੇ ਜਿਹੜਾ ਮਤਲਬ ਨੁਕਤਾ ਉਹਦੇ ਵੱਲ ਧਿਆਨ ਦਿਵਾਇਆ, ਕਿਉਂਕਿ ਲਾਸਟ ਸੈਸ਼ਨ ਦੇ ਵਿੱਚ ਸਾਨੂੰ ਵੀ ਮਹਿਸੂਸ ਹੋਇਆ, ਕਿਉਂਕਿ ਪ੍ਰਧਾਨਗੀ ਮੰਡਲ ਨੇ ਬੋਲਣਾ ਸੀ ਤੇ ਪਿੱਛੇ ਕੁਰਸੀਆਂ ਲਗਭਗ ਖਾਲੀ ਹੁੰਦੀਆਂ ਜਾ ਰਹੀਆਂ ਸੀ। ਇਸ ਦੇ ਉੱਪਰ ਅਸੀਂ ਜ਼ਰੂਰ ਗੌਰ ਕਰਾਂਗੇ। ਕੌਸ਼ਲ ਨੂੰ ਬੇਨਤੀ ਕਰਾਂਗਾ, ਕੁਲਵਿੰਦਰ ਕੌਸ਼ਲ ਨੂੰ, ਕਿ ਉਹ ਵੀ 2 ਮਿੰਟ ਲਈ ਆਪਣੀ ਗੱਲਬਾਤ ਕਰੇ। ਕੁਲਵਿੰਦਰ ਕੌਸ਼ਲ। ਹਾਂਜੀ ਜ਼ਰੂਰ ਜੀ। ਮੈਂ ਚਾਹੁੰਦਾ ਆਪਾਂ ਨਾ ਇੱਕ ਅਜਿਹਾ ਸੈਸ਼ਨ ਰੱਖਿਆ ਜਾਵੇ ਜਿਹਦੇ ਵਿੱਚ ਬਿਨਾਂ ਕਿਸੇ ਆਪਾਂ ਫਾਰਮੈਲਿਟੀ ਤੋਂ ਜਾਂ ਹੋਰ ਵੀ ਸਾਰੇ ਬੰਦੇ ਬਹਿ ਕੇ ਜਾਂ ਗਰੁੱਪ ਬਣਾ ਕੇ ਗਰੁੱਪ ਡਿਸਕਸ਼ਨ ਹੋਵੇ, ਵੀ ਆਪਾਂ ਕੋਈ ਨਵੇਂ ਜਾਂ ਕੋਈ ਆਪਾਂ ਦੂਸਰੇ ਜਿਹੜਾ ਜੀ ਤੋਂ ਵੀ ਕੋਈ ਪੁੱਛਣਾ ਚਾਹੁੰਦਾ ਜਾਂ ਕੁਝ ਜਾਣਨਾ ਚਾਹੁੰਦਾ ਵੀ ਮਿੰਨੀ ਕਹਾਣੀ ਜਾਂ ਮੈਂ ਕਿੱਥੇ ਅੜਿਆ ਮੈਂ ਜਾਂ ਮੈਨੂੰ ਕੀ ਸਮੱਸਿਆ ਆਉਂਦੀ ਆ, ਆਪਾਂ ਬਿਨਾਂ ਕਿਸੇ ਉਪਚਾਰਿਕਤਾ ਤੋਂ ਇੱਕ ਦੂਜੇ ਨਾਲ ਗੱਲਬਾਤ ਕਰ ਸਕੀਏ। ਉਹਦਾ ਇੱਕ ਤਾਂ ਆਪਣਾ ਟਾਈਮ ਆ ਇਹ ਬਚ ਸਕਦਾ, ਜਦੋਂ ਆਪਾਂ ਰੋਟੀ ਖਾਣ ਜਾਂਦੇ ਆਗੇ ਜਾਂ ਚਾਹ ਕੋਈ ਵੀ ਖਾਣੇ ਦਾ ਟਾਈਮ ਹੁੰਦਾ, ਉੱਥੇ ਆਪਾਂ ਜਿਹੜੀ ਗੱਲਬਾਤ ਹੁੰਦੀ ਆ ਆਪਾਂ ਉਹ ਸੈਸ਼ਨ ਲਈ ਗੱਲਬਾਤ ਨੂੰ ਦਾ ਸਮਾਂ ਉਹ ਸੈਸ਼ਨ ਨੂੰ ਦਿੱਤਾ ਜਾਵੇ। ਤੇ ਜਿਹੜਾ ਟਾਈਮ ਉੱਥੇ ਆਪਣਾ ਖਰਾਬ ਹੁੰਦਾ, ਆਪਾਂ ਬੰਦਾ ਰੋਟੀ ਖਾ ਕੇ ਚਾਹ ਪੀ ਕੇ ਆਪਣਾ ਨਾਲ ਦੀ ਨਾਲ ਸਮਾਗਮ ਚੱਲਿਆ ਜਾਵੇ। ਨਹੀਂ ਤਾਂ ਜ਼ਿਆਦਾਤਰ ਇਹ ਹੁੰਦਾ ਵੀ ਉੱਥੇ ਖੜੇ ਆਪਾਂ ਗੱਲਾਂ ਮਾਰਦੇ ਰਹਿੰਦੇ, ਖਾਣਾ ਖਾ ਲਿਆ ਤਾਂ ਵੀ 10-15 ਮਿੰਟ ਆਰਾਮ ਨਾਲ ਆਪਣੇ ਵੇਸਟ ਹੁੰਦੇ ਆ ਮੇਰੇ ਹਿਸਾਬ ਨਾਲ। ਉਹ ਇਹੀ ਸੀਗਾ ਜੀ ਵੀ ਗਰੁੱਪ ਡਿਸਕਸ਼ਨ ਲਈ ਇੱਕ ਹੋਵੇ ਜਿੱਥੇ ਸਾਰੇ ਬਹਿ ਕੇ ਆਰਾਮ ਨਾਲ ਇੱਕ ਦੂਜੇ ਨਾਲ ਬਿਨਾਂ ਕਿਸੇ ਉਹ ਤੋਂ, ਚਾਹੇ ਉਹ ਆਪਦਾ ਗੋਲ ਚੱਕਰ ਬਣਾ ਕੇ ਬੈਠਣ, ਕੁਰਸੀਆਂ ਤੇ ਬੈਠਣ, ਜਿੱਥੇ ਜੀ ਕਰਦਾ ਬਹਿ ਕੇ ਗੱਲਬਾਤ ਕਰ ਸਕਣ। ਬਹੁਤ ਵਧੀਆ ਸੁਝਾਅ ਹੈ ਕੁਲਵਿੰਦਰ ਦਾ ਸੁਝਾਅ। ਬਹੁਤ ਵਧੀਆ ਕੌਸ਼ਲ ਦਾ ਓਪਨ ਡਿਸਕਸ਼ਨ ਦਾ ਮਤਲਬ ਸੁਝਾਅ ਆਇਆ ਹੈ
ਕੋਈ ਗੱਲ ਨਹੀਂ, ਆਪਾਂ ਨੋਟ ਕਰ ਲਿਆ, ਕੁਐਸਚਨ ਮੀਟਿੰਗ ਦੇਖਦੇ ਹੈਗੇ ਆ। ਤੇ ਹੁਣ ਮੈਂ ਬੇਨਤੀ ਕਰਦਾ ਹਰਭਜਨ ਖੇਮਕਰਨੀ ਜੀ ਨੂੰ, ਜੋ ਮੰਚ ਦੇ ਕਨਵੀਨਰ ਵੀ ਨੇ, ਕਿ ਉਹ ਵੀ ਆਪਣੀ ਗੱਲਬਾਤ ਰੱਖਣ। ਉਸ ਤੋਂ ਬਾਅਦ ਡਾਕਟਰ ਕੁਲਦੀਪ ਜੀ ਤੇ ਉਸ ਤੋਂ ਬਾਅਦ ਡਾਕਟਰ ਦੀਪ ਸਿੰਘ ਹੋਰਾਂ ਨੂੰ ਆਪਾਂ ਉਹਨਾਂ ਦੇ ਵਿਚਾਰ ਆਪਾਂ ਜਾਣਾ। ਹਰਭਜਨ ਖੇਮਕਰਨੀ ਜੀ। ਖੇਮਕਰਨੀ ਸਾਹਿਬ अपना माइक खोल लो सर, माइक बंद है ਤੁਹਾਡਾ। हाँ खोल लिया यार। जी 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 ਉਹੀ ਚੱਕਰ ਪੈ ਜਾਂਦਾ ਨਾ। जी जी ना कोई चक्कर नहीं, सारे चक्कर पूरे। ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ जी, सत श्री अकाल जी। अनु आ रही आवाज है खेमकरनी साहब, बोलो जी। बोलो सर बोलो। एक मिनट यार, एक मिनट। ਮੈਂ ਪ੍ਰੋਗਰਾਮ ਬਾਰੇ ਵਿਦਵਾਨਾਂ ਦੇ ਵਿਚਾਰ ਸੁਣ ਰਹੇ ਸੀ ਤੇ ਆਪਣਾ ਕੁਝ ਆਬਜ਼ਰਵੇਸ਼ਨ ਸੀ ਮੇਰੀਆਂ। हाँ आवाज आ रही जी? जी 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 बिल्कुल बिल्कुल आ रही है। हेलो हाँ जी हाँ जी हाँ जी आ रही है सर, आ रही है। ਤੇ ਉਹਦੇ ਵਿੱਚ ਮੈਂ ਸੰਖੇਪ ਜਿਹਾ ਦੋ ਤਿੰਨ ਗੱਲਾਂ, ਭਾਵੇਂ ਇਹ ਅਸੀਂ ਆਪਣੇ ਜਿਹੜਾ ਸਮਾਗਮ ਦਾ ਪ੍ਰੋਗਰਾਮ ਹੋਣਾ ਸਾਡਾ, ਜਿਸ ਤਰ੍ਹਾਂ ਡਾਕਟਰ ਸਾਹਿਬ ਦੱਸਿਆ ਉਹਦੇ ਵਿੱਚ ਕਰਨਾ, ਫਿਰ ਵੀ ਮੈਂ ਬਰੀਫ ਜਿਹਾ ਦੱਸ ਦਿੰਦਾ। ਇੱਕ ਤਾਂ ਸਾਡੇ ਜਿਹੜੇ ਪੰਜਾਬ ਦੇ ਮਿੰਨੀ ਹਿੰਦੀ ਦੇ ਰਚਨਾਕਾਰ ਨੇ, ਉਹਨਾਂ ਨੂੰ ਅਸੀਂ ਜੋੜਨ ਤੋਂ ਥੋੜਾ ਜਿਹਾ ਪਿਛੜ ਗਏ ਹਾਂ। ਹਾਂਜੀ, ਸਾਨੂੰ ਉਹਨਾਂ ਬਾਰੇ ਵੀ ਕੁਛ ਨਾ ਕੁਛ ਵਿਚਾਰ ਕਰਨਾ ਚਾਹੀਦਾ। जी ਮਿੰਨੀ ਕਹਾਣੀ ਦਾ ਸਫ਼ਰ ਬੜਾ, ਉਹਦੇ ਬਾਰੇ ਉਸ ਨਾਲ ਵਿਦਵਾਨ ਜੁੜੇ ਆ ਤੇ ਆਪਾਂ ਵੀ ਵਿਚਾਰ ਕਰੀਏ। ਤੇ ਨਵੇਂ ਚਿਹਰਿਆਂ ਨੂੰ ਜੋੜਨ ਵਾਸਤੇ ਕੁਝ ਖਾਸ ਦੇ ਬਾਰੇ थोड़ी इन्हों की आवाज कट रही है सर दी। नेट स्लो है जी ना, नेट स्लो है, मैसेज आ रहा है, नेटवर्क की प्रॉब्लम है। जी 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 वाईफाई। डॉक्टर साहब आ रही आवाज? कट रही है आवाज सर थोड़ी, हुण बोलियो। तुसी ना अपनी आप वीडियो बंद कर लो, फिर शायद आवाज थोड़ी जी क्लियर हो जाएगी। वीडियो बंद कर लो यार, मैनू तो बहुत पता नहीं, जिस तरह की आवाज आ रही सुन लो। बोलो हाँ बोलो बोलो बोलो, हुण आ रही है ठीक है। हाँ ते मैं बाकी ये सुझाव देना सी। दूजा विचार आ ही गया कि रचनावां दे जिहड़े साडे लोचक लेखक ने, उन्होंने कोशिश करांगे अगों तो कि पहलों ही सारा उन्होंने सादा जिहड़ा उन्होंने दिता जावे। ते उस तो इलावा कुछ एक होर भी गल्लां हैगियां जिहड़ियां कि साडे आम अपने असीं डिस्कस करांगे। पुस्तक रिलीज बारे मैं एक गल करनी चाहता सा, मेरे दिमाग मन च आई गल, वैसे तो चलो भावें ना ही रैलीवेंट होवे, कि जिहड़ी किताबां असीं रिलीज कर रहे हैं ना, ਉਹਦੇ ਬਾਰੇ ਥੋੜੀ ਦੋ ਲਾਈਨਾਂ 'ਚ ਸੰਖੇਪ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਲੇਖਕ ਕੌਣ ਹੈ, ਕਿਤਾਬ ਕਿਸ ਦੀ ਹੈ ਤੇ ਇਹਦਾ ਸਬਜੈਕਟ ਕਿਸ ਤਰ੍ਹਾਂ ਦਾ ਹੈਗਾ। ਇਹ ਆਪਾਂ ਕਿਉਂਕਿ ਪਾਠਕਾਂ ਨੂੰ ਪਤਾ ਨਹੀਂ ਲੱਗਦਾ, ਕਿਤਾਬ ਰਿਲੀਜ਼ ਹੋ ਗਈ ਤੇ ਉਸ ਤੋਂ ਬਾਅਦ ਉਹਦੇ ਬਾਰੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਤਾਬ ਕਾਹਦੀ ਸੀ, ਮਿੰਨੀ ਕਹਾਣੀਆਂ ਦੀ ਸੀ ਜਾਂ ਕਿਸ ਤਰ੍ਹਾਂ ਸੀ। ਦੋ ਲਫ਼ਜ਼ ਉਹਦੇ ਬਾਰੇ ਜਿਹੜੇ ਨਾ, ਤਾਂ ਕਿ ਪਾਠਕਾਂ ਤੱਕ ਉਹ ਗੱਲ ਪਹੁੰਚ ਜਾਏ ਵੀ ਕਿਤਾਬ ਕਿਹੜੀ ਕਿਹੜੀ ਆ ਰਹੀ ਹੈ। ਬਾਕੀ ਅੱਛੇ ਸੁਝਾਅ ਰਹੇ ਨੇ, ਉਹਦੇ ਬਾਰੇ ਅਸੀਂ ਆਪਣੀ ਮੀਟਿੰਗ 'ਚ ਵਿਚਾਰ ਕਰਾਂਗੇ। ਬਹੁਤ ਬਹੁਤ ਧੰਨਵਾਦ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਹਰਭਜਨ ਖੇਮਕਰਨੀ ਜੀ, ਜਿਨ੍ਹਾਂ ਨੇ ਵੀ ਆਪਣੇ ਵਿਚਾਰ ਤੇ ਸੁਝਾਅ ਵੀ ਦਿੱਤੇ। ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਕੁਲਦੀਪ ਸਿੰਘ ਦੀਪ ਹੋਰਾਂ ਨੂੰ ਕਿ ਉਹ ਵਿਚਾਰ ਦੇ ਵਿੱਚ, ਕਿਉਂਕਿ ਉਹਨਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਸੀ ਉਹ ਸਾਡੇ ਨਾਲ ਡਿਸਕਸ ਕਰਨ। ਡਾਕਟਰ ਕੁਲਦੀਪ ਸਿੰਘ ਦੀਪ ਜੀ। जी सत्कारयोग दोस्तों, पहला तो साਰਿਆਂ ਨੂੰ बहुत बहुत ਵਧਾਈਆਂ। ਤੁਸੀਂ ਬਹੁਤ ਵੱਡਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਆਪਾਂ ਸਾਰਿਆਂ ਨੇ ਮਿਲ ਕੇ ਮਿੰਨੀ ਕਹਾਣੀ ਦੇ ਉੱਤੇ। ਤੇ ਜਿਹੜੀ ਗੂੰਜ ਹੈ
ਉਹ ਲੰਮੇ ਸਮੇਂ ਤੱਕ ਸੁਣਾਈ ਦੇਊਗੀ ਇਸ ਪ੍ਰੋਗਰਾਮ ਦੀ। ਅੱਜ ਕੱਲ ਫੀਡਬੈਕ ਜਿਹੜੀ ਹੈ ਖੇਮ ਕਰਨੀ ਸਾਹਿਬ, ਇਹਨਾਂ ਦਾ ਮਾਈਕ ਬੰਦ ਕਰ ਲਈਏ ਆਪਾਂ, ਹਨਾ? ਹਾਂ ਮਿਊਟ ਕਰ, ਤੁਸੀਂ ਕਰ ਦਿਓ ਡਾਕਟਰ ਸਾਹਿਬ ਜੀ। ਮੈਂ ਜਿਹੜੀਆਂ ਮੇਰੇ ਮਨ ਦੇ ਵਿੱਚ ਕੋਈ 5-7 ਗੱਲਾਂ ਨੇ ਉਹ ਤੁਹਾਡੇ ਨਾਲ ਕਰੂੰਗਾ। ਇੱਕ ਜਿਹੜੀ ਗੱਲ ਮੈਂ ਕੁਲਰੀਆ ਸਾਹਿਬ ਨਾਲ ਨਿੱਜੀ ਤੌਰ ਤੇ ਡਿਸਕਸ ਕੀਤੀ ਸੀ, ਜਿਹੜਾ ਮੈਨੂੰ ਲੱਗਿਆ, ਕਿਉਂਕਿ ਆਪਣੀ ਸਾਰਿਆਂ ਦੀ ਫੀਡਬੈਕ ਇਹ ਹੈ ਕਿ ਕਹਾਣੀਆਂ ਤੇ ਨਿੱਠ ਕੇ ਗੱਲਬਾਤ ਨਹੀਂ ਹੋਈ ਹੈਗੀ, ਤੇ ਇਹ ਐਡੇ ਵੱਡੇ ਪ੍ਰੋਗਰਾਮ ਦੇ ਵਿੱਚ ਇਹ ਸੰਭਵ ਵੀ ਨਹੀਂ ਹੋਣਾ ਹੈਗਾ ਜਿਸ ਤਰ੍ਹਾਂ ਆਪਾਂ ਡਿਜ਼ਾਈਨ ਕੀਤਾ ਪ੍ਰੋਗਰਾਮ, ਕਿਉਂਕਿ ਬਹੁਤ ਲੰਮਾ ਸਮਾਂ ਲੱਗਦਾ ਹੈ ਜੇ 70-80 ਕਹਾਣੀਆਂ ਤੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ। ਤਾਂ ਮੈਂ ਇਹਨਾਂ ਨੂੰ ਇੱਕ ਸੈਸ਼ਨ ਦਿੱਤਾ ਸੀ ਕਿ ਪੈਰਲਲ ਸੈਸ਼ਨ ਹੋਣੇ ਚਾਹੀਦੇ ਨੇ। ਅਸੀਂ 2 ਘੰਟਿਆਂ ਦਾ ਟਾਈਮ ਫਿਕਸ ਕਰੀਏ ਜਾਂ 1.5 ਘੰਟੇ ਦਾ ਟਾਈਮ ਫਿਕਸ ਕਰੀਏ, ਤੇ ਜਿੰਨੇ ਕਹਾਣੀਕਾਰ ਅਸੀਂ ਪੜ੍ਹਾਉਣਾ ਚਾਹੁੰਦੇ ਹਾਂ, ਮੰਨ ਲਓ ਆਪਣੇ ਕੋਲੇ 60 ਕਹਾਣੀਆਂ ਨੇ, ਆਪਾਂ 12-12 ਕਹਾਣੀਆਂ ਵੰਡ ਕੇ 5 ਸੈਸ਼ਨ ਪੈਰਲਲ ਕਰਾ ਦਈਏ। ਹਰੇਕ ਸੈਸ਼ਨ ਦੇ ਵਿੱਚ ਇੱਕ ਆਲੋਚਕ ਹੋਵੇ, ਇੱਕ ਮੋਡਰੇਟਰ ਹੋਵੇ, ਮੋਡਰੇਟਰ ਪ੍ਰੈਜ਼ਾਈਡ ਕਰੇ ਉਸ ਨੂੰ, ਤੇ ਮੋਡਰੇਟਰ ਵੀ ਗੱਲ ਕਰੇ ਉੱਤੇ ਤੇ ਆਲੋਚਕ ਵੀ ਗੱਲ ਕਰੇ, ਤੇ ਉਹ ਸੈਸ਼ਨ ਦੇ ਵਿੱਚ ਜਿਹੜੇ 12 ਬੰਦੇ ਨੇ 12 ਦੀਆਂ 12 ਕਹਾਣੀਆਂ ਪੜ੍ਹੀਆਂ ਜਾਣ, 12 ਕਹਾਣੀਆਂ ਤੇ ਮੋਡਰੇਟਰ ਤੇ ਆਲੋਚਕ ਗੱਲ ਕਰੇ, ਤੇ ਉਦੋਂ ਬਾਅਦ ਉਸ ਡਿਸਕਸ਼ਨ ਦੇ ਵਿੱਚੋਂ ਉਹ ਮੋਡਰੇਟਰ ਤੇ ਆਲੋਚਕ ਮਿਲ ਕੇ 3 ਕਹਾਣੀਆਂ ਸਾਨੂੰ ਦੇਣ ਫਾਈਨਲ ਕਰਕੇ ਕਿ ਆਹ 3 ਕਹਾਣੀਆਂ ਇਸ ਸੈਸ਼ਨ ਦੀਆਂ ਬੈਸਟ ਕਹਾਣੀਆਂ ਰਹੀਆਂ, ਤੇ ਉਹ ਫਿਰ 5 ਸੈਸ਼ਨਾਂ ਦੇ ਵਿੱਚੋਂ ਜਾਂ 6 ਸੈਸ਼ਨਾਂ ਦੇ ਵਿੱਚੋਂ ਜਾਂ 7 ਸੈਸ਼ਨਾਂ ਦੇ ਵਿੱਚੋਂ ਜਿਹੜੀਆਂ 3-3 4-4 ਕਹਾਣੀਆਂ ਆਉਣਗੀਆਂ, ਉਹਨਾਂ ਦਾ ਇੱਕ ਸੈਸ਼ਨ ਸਾਰਿਆਂ ਦੇ ਨਾਲ ਕੀਤਾ ਜਾਵੇ ਤੇ ਉੱਤੇ ਉਹਨਾਂ ਤੇ ਵੱਖਰੀ ਗੱਲ ਕੀਤੀ ਜਾਵੇ। ਇਹਦੇ ਨਾਲ ਇੱਕ ਤਾਂ ਇਹ ਹੋਊਗਾ ਕਿ ਕਿਸੇ ਬੰਦੇ ਨੂੰ ਇਹ ਨਹੀਂ ਹੋਊਗਾ ਕਿ ਮੇਰੀ ਕਹਾਣੀ ਤੇ ਗੱਲਬਾਤ ਨਹੀਂ ਹੋਈ। ਜਿਹੜੇ ਇੰਟਰਨਲ ਸੈਸ਼ਨ ਨੇ ਸਾਰੇ ਇਹ ਪੈਰਲਲ ਸੈਸ਼ਨ 5 ਜਾਂ 6, ਕਿਉਂਕਿ ਜਿਵੇਂ ਪਿੰਗਲ ਵਾਲੇ ਚ ਕਰਾਉਣੇ, ਇੱਥੇ ਵੈਨਿਊ ਦੀ ਕੋਈ ਪ੍ਰੋਬਲਮ ਨਹੀਂ, ਆਪਾਂ 5-7 ਵੈਨਿਊ ਬਹੁਤ ਆਰਾਮ ਨਾਲ, ਛੋਟੇ-ਛੋਟੇ ਕਮਰੇ ਆਪਾਂ ਨੂੰ ਚਾਹੀਦੇ ਨੇ ਜਿੱਥੇ 12 ਬੰਦੇ ਬਹਿ ਸਕਣ, ਤੇ ਇੱਕ ਮੋਡਰੇਟਰ ਤੇ ਇੱਕ ਆਲੋਚਕ ਬਹਿ ਸਕੇ, ਤੇ ਸਾਰੀਆਂ ਕਹਾਣੀਆਂ ਤੇ ਨਿੱਠ ਕੇ ਗੱਲਬਾਤ ਉਸੇ 1.5 ਘੰਟੇ ਦੇ ਵਿੱਚ ਹੀ ਹੋ ਜੂਗੀ। 2 ਘੰਟਿਆਂ ਦੇ ਵਿੱਚ ਇਹ ਸੈਸ਼ਨ ਨਿਬੜ ਜੂਗਾ ਆਪਣਾ। ਬਹੁਤ ਖੂਬ ਡਾਕਟਰ। ਸੋ ਇੱਕ ਤਾਂ ਮਤਲਬ ਮੇਰਾ ਇਹ ਜਿਹੜਾ ਸੁਝਾਅ ਹੈ। ਦੂਜਾ, ਕੁਝ ਚੀਜ਼ਾਂ, ਕੁਝ ਨਵੇਂ ਫੀਚਰ ਵੀ ਸ਼ੁਰੂ ਕੀਤੇ ਜਾ ਸਕਦੇ ਨੇ। ਨੌਜਵਾਨ ਬੱਚਿਆਂ ਲਈ ਮੌਕੇ ਤੇ ਸਿਰਜਣਾ ਵਰਗਾ ਕੋਈ ਟੌਪਿਕ ਆਪਾਂ ਸ਼ੁਰੂ ਕਰ ਸਕਦੇ ਹਾਂ। ਜਿਹੜੇ ਬੱਚੇ ਨਵੇਂ ਆਉਂਦੇ ਨੇ, ਪਹਿਲੀ ਵਾਰ ਆਉਂਦੇ ਨੇ, ਜਾਂ ਈਵਨ ਆਪਾਂ ਇਨਵਾਈਟ ਕਰ ਸਕਦੇ ਹਾਂ ਕਿ ਅਸੀਂ ਤੁਹਾਨੂੰ ਕੁਝ ਟੌਪਿਕ ਦੇਵਾਂਗੇ, ਕੁਝ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ, ਆਪਾਂ ਮੌਕੇ ਤੇ ਸਿਰਜਣਾ ਇੱਕ ਪਾਸੇ, ਮਤਲਬ ਇੱਕ ਸਾਈਡ ਤੇ ਆਪਾਂ ਉਸ ਨੂੰ ਵੱਖਰੇ ਤੌਰ ਤੇ ਕਰ ਸਕਦੇ ਹਾਂ, 1 ਜਾਂ 2 ਬੰਦੇ। ਇੱਕ ਗੱਲ ਜਿਹੜੀ ਹੈਗੀ ਹੈ ਕਿ ਕਹਾਣੀਆਂ ਦਾ ਰਿਟਨ ਟੈਕਸਟ ਜ਼ਰੂਰ ਹੋਣੀ ਚਾਹੀਦੀ ਹੈ। ਬਿਲਕੁਲ ਠੀਕ ਹੈ ਗੱਲ। ਪ੍ਰਭਾਕਰ ਸਾਹਿਬ ਨੇ ਵੀ ਗੱਲ ਕਹੀ ਹੈ ਕਿ ਜਿੰਨੀ ਦੇਰ ਤੱਕ ਸਾਡੇ ਕੋਲ ਰਿਟਨ ਟੈਕਸਟ ਨਹੀਂ ਹੁੰਦੀ ਨਾ, ਉਨੀ ਦੇਰ ਤੱਕ ਕਹਾਣੀਆਂ ਨੂੰ ਫੜਿਆ ਨਹੀਂ ਜਾ ਸਕਦਾ। ਉੱਥੇ ਮੌਕੇ ਤੇ ਬਹਿ ਕੇ 15-15, 20 ਕਹਾਣੀਆਂ ਨੂੰ ਨਹੀਂ ਫੜਿਆ ਜਾ ਸਕਦਾ। ਤੇ ਜੇ ਸੰਭਵ ਇਹ ਹੋਵੇ ਕਿ ਪਹਿਲਾਂ ਕਹਾਣੀਆਂ ਲੈ ਲਈਆਂ ਜਾਣ 10-15, 20 ਦਿਨ ਪਹਿਲਾਂ, ਤਾਂ ਪ੍ਰਭਾਕਰ ਸਾਹਿਬ ਨੂੰ ਜਾਂ ਕਿਸੇ ਨੂੰ ਹੋਰ ਕਹਿ ਕੇ ਉਹਨਾਂ 'ਚੋਂ ਇੰਪੋਰਟੈਂਟ ਕਹਾਣੀਆਂ ਦੇ ਅਨੁਵਾਦ ਕਰਾ ਲਏ ਜਾਣ। ਉਹਦੇ ਨਾਲ ਹਿੰਦੀ ਪੰਜਾਬੀ ਵਾਲਾ ਮਸਲਾ ਵੀ ਹੱਲ ਹੋ ਜਾਊਗਾ। ਉਹ ਅਨੁਵਾਦ ਸਰਕੂਲੇਟ ਕਰ ਦਿੱਤੇ ਜਾਣ ਮੌਕੇ ਤੇ, ਜਿਹੜੇ ਸੈਸ਼ਨ ਦੇ ਵਿੱਚ ਜਿਹੜੀਆਂ ਕਹਾਣੀਆਂ ਪੜ੍ਹੀਆਂ ਜਾਣ ਉੱਥੋਂ ਸਰਕੂਲੇਟ ਕਰ ਦਿਓ, ਤਾਂ ਕਿ ਪੰਜਾਬੀ ਵਾਲਿਆਂ ਨੂੰ ਹਿੰਦੀ ਦੀ ਟੈਕਸਟ ਮਿਲ ਜੇ ਤੇ ਹਿੰਦੀ ਵਾਲਿਆਂ ਨੂੰ ਪੰਜਾਬੀ ਦੀ ਟੈਕਸਟ ਮਿਲ ਜੇ, ਤੇ ਉਹ ਨਾਲ ਰੀਡ ਕਰ ਲੈਣ। ਉਹਦੇ ਨਾਲ ਇਹ ਕਮਿਊਨੀਕੇਸ਼ਨ ਵਾਲਾ ਮਸਲਾ ਆਪਣਾ ਹੱਲ ਹੋ ਜਾਊਗਾ। ਸੋ ਜਾਂ ਇਹ ਵੀ ਅੱਛਾ ਸੀ ਪ੍ਰਭਾਕਰ ਸਾਹਿਬ ਦਾ ਕਿ ਵੱਖਰੇ ਸੈਸ਼ਨ ਕਰਾਏ ਜਾਣ, ਪਰ ਇਹਦਾ ਇੱਕ ਖਤਰਾ ਇਹ ਬਣਿਆ ਰਹੂਗਾ ਕਿ ਜਦੋਂ ਪੰਜਾਬੀ ਵਾਲਾ ਸੈਸ਼ਨ ਹੋਊਗਾ ਫਿਰ ਹਿੰਦੀ ਵਾਲੇ ਨੇ ਨਹੀਂ ਬੈਠਣਾ, ਤੇ ਹਿੰਦੀ ਵਾਲਾ ਸੈਸ਼ਨ ਹੋਊਗਾ ਤਾਂ ਪੰਜਾਬੀ ਵਾਲੇ ਨੇ ਨਹੀਂ ਬੈਠਣਾ। ਇਹ ਅਲੱਗ-ਅਲੱਗ ਧਿਰ ਬਣ ਜਾਣਗੀਆਂ। ਉਹਦੇ ਨਾਲ ਬੈਸਟ ਇਹ ਹੈ ਕਿ ਅਸੀਂ ਸਕ੍ਰਿਪਟ ਦੇਈਏ ਉਹਨਾਂ ਨੂੰ, ਲਿਖਤੀ ਹਰੇਕ ਕਹਾਣੀ ਦੀ ਹਰੇਕ ਬੰਦੇ ਕੋਲੇ ਹੋਵੇ। ਘੱਟੋ ਘੱਟ ਜਿਹੜੀਆਂ ਇੰਪੋਰਟੈਂਟ ਕਹਾਣੀਆਂ 30-40 ਆਪਾਂ ਜ਼ਰੂਰ ਅਨੁਵਾਦ ਕਰਾ ਲਈਏ। ਉਹਦੇ ਵਿੱਚ ਹਿੰਦੀ ਦੀਆਂ ਵੀ ਹੋਣ ਤੇ ਪੰਜਾਬੀ ਦੀਆਂ ਵੀ ਹੋਣ, ਤਾਂ ਕਿ ਸਾਰਿਆਂ ਤੱਕ ਟੈਕਸਟ ਪ੍ਰੋਪਰ ਕਨਵੇ ਹੋ ਜੇ ਤੇ ਆਲੋਚਕ ਤੱਕ ਵੀ ਜਾਵੇ ਟੈਕਸਟ, ਤਾਂ ਕਿ ਉਹ ਪੜ੍ਹ ਕੇ ਆਵੇ। ਜੇ 3 ਆਲੋਚਕ ਆਪਾਂ ਲਏ ਆ ਤਾਂ ਉਹਨਾਂ ਨੂੰ ਘੱਟੋ ਘੱਟ ਡਿਵਾਈਡ ਕਰ ਦਿੱਤਾ ਜਾਵੇ, ਜਿਵੇਂ ਪਹਿਲਾਂ ਕਰਦੇ ਰਹੇ ਆ ਕਿ ਤੁਸੀਂ ਇਹ 10 ਕਹਾਣੀਆਂ ਤੇ ਬੋਲਣਾ ਹੈ, ਤੁਸੀਂ ਇਹ 10 ਕਹਾਣੀਆਂ ਤੇ ਬੋਲਣਾ ਹੈ, ਜਾਂ ਉਹਨੂੰ ਐਂ ਡਿਵਾਈਡ ਕਰੋ ਕਿ ਤੁਸੀਂ ਸ਼ਿਲਪ ਤੇ ਬੋਲਣਾ ਹੈ, ਤੁਸੀਂ ਉਹਦੇ ਕੰਟੈਂਟ ਤੇ ਬੋਲਣਾ ਹੈ, ਤੁਸੀਂ ਉਹਦੇ ਸੰਚਾਰ ਤੇ ਬੋਲਣਾ ਹੈ। ਮਤਲਬ ਇਸ ਵਾਰੀ ਇਹ ਹੋਇਆ ਕਿ ਸ਼ਿਲਪ ਤੇ ਬੋਲਿਆ ਨਹੀਂ ਗਿਆ, ਕਹਾਣੀਆਂ ਦੀ ਸ਼ਿਲਪ ਤੇ ਮਤਲਬ ਗੱਲ ਨਹੀਂ ਹੋ ਸਕੀ, ਜਦੋਂ ਕਿ ਸਭ ਤੋਂ ਇੰਪੋਰਟੈਂਟ ਸੀ ਇਹ, ਕਿਉਂਕਿ ਕਹਾਣੀ ਤਾਂ ਬੇਸਿਕਲੀ ਮਿੰਨੀ ਕਹਾਣੀ ਸ਼ਿਲਪ ਦੀ ਕਹਾਣੀ ਹੈ ਨਾ, ਸ਼ਿਲਪ ਹੀ ਹੈ ਉਹ। ਸੋ ਜਦੋਂ ਤੁਸੀਂ 2 ਆਲੋਚਕ ਬਿਠਾਉਣੇ ਜਾਂ 3 ਆਲੋਚਕ ਬਿਠਾਉਣੇ, ਉਹਨੂੰ ਪਹਿਲਾਂ ਕਹੋ ਕਿ ਤੁਸੀਂ ਭਾਈ ਸ਼ਿਲਪ ਤੇ ਬੋਲਣਾ, ਤੁਸੀਂ ਉਹਦੇ ਕੰਟੈਂਟ ਤੇ ਬੋਲਣਾ, ਤੁਸੀਂ ਉਹਦੇ ਕਮਿਊਨੀਕੇਸ਼ਨ, ਉਹਦੇ ਸੰਚਾਰ ਤੇ ਬੋਲਣਾ ਹੈ, ਜਾਂ ਉਹਦਾ ਕੋਈ ਹੋਰ ਐਸਪੈਕਟ ਹੈ ਉਹ ਤੇ ਬੋਲਣਾ ਚਾਹੁੰਦੇ। ਉਹਦੇ ਨਾਲ ਤੁਸੀਂ ਮਿੱਥ ਕੇ ਉਹਦੇ ਵਿੱਚੋਂ ਕੁਛ ਜਾਂ ਕੱਢ ਲਓਗੇ, ਤੇ ਨਹੀਂ ਤਾਂ ਉਹੀ ਗੱਲਾਂ ਗੋਲ-ਮੋਲ ਹੋ ਜਾਂਦੀਆਂ ਨੇ। ਜਿਵੇਂ ਪ੍ਰਭਾਕਰ ਸਾਹਿਬ ਨੇ ਕਿਹਾ ਕਿ ਟੱਲੇ ਮਾਰਨ ਵਾਲੀ ਗੱਲ ਹੈ, ਕੋਈ ਕੁਛ ਕਹਿ ਜਾਂਦਾ, ਕੋਈ ਕੁਛ ਕਹਿ ਜਾਂਦਾ। ਕਹਾਣੀ ਪੜ੍ਹਨ ਵਾਲਾ ਵੀ ਕਨਫਿਊਜ਼ ਹੋ ਜਾਂਦਾ ਤੇ ਬੋਲਣ ਵਾਲਾ ਵੀ ਕਨਫਿਊਜ਼ ਹੋ ਜਾਂਦਾ ਹੈ। ਸੋ ਇਹ ਇੱਕ ਮਤਲਬ ਮੇਰਾ ਸੁਝਾਅ ਸੀ। ਇੱਕ ਟਾਈਮਿੰਗ ਮੈਨੂੰ ਲੱਗਦਾ ਕਿ 3-3:30 ਬਹੁਤ ਲੇਟ ਸ਼ੁਰੂ ਕੀਤਾ ਆਪਾਂ ਸੈਸ਼ਨ। ਪਹਿਲੇ ਦਿਨ ਆਪਾਂ 12 ਵਜੇ, 1 ਵਜੇ, 12:30 ਵਜੇ ਦੇ ਕਰੀਬ ਜੇ ਆਪਾਂ ਸ਼ੁਰੂ ਕਰਦੇ
ਤਾਂ ਅਸੀਂ ਜ਼ਿਆਦਾ ਆਊਟਪੁੱਟ ਕੱਢ ਸਕਦੇ ਸੀ। 3 3.5 ਦੀ ਹੋ ਸਕਦਾ ਕੋਈ ਟ੍ਰੇਨ ਦੀ ਮਜਬੂਰੀ ਹੋਵੇ ਜਾਂ ਕੋਈ ਹੋਰ ਮਜਬੂਰੀ ਹੋਵੇ, ਮੈਨੂੰ ਨਹੀਂ ਇਸ ਗੱਲ ਦਾ ਪਤਾ ਹੈਗਾ, ਪਰ ਮੈਨੂੰ ਇਹ ਲੱਗਦਾ ਕਿ 12 ਕੁ ਵਜੇ ਜ਼ਰੂਰ ਸ਼ੁਰੂ ਹੋ ਜਾਣਾ ਚਾਹੀਦਾ, ਤਾਂ ਕਿ 12 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਸਾਡੇ ਕੋਲੇ ਕਈ ਸੈਸ਼ਨ ਅਸੀਂ ਕਰ ਸਕੀਏ। ਪੈਰਲਲ ਸੈਸ਼ਨ ਵੀ ਇਹਦੇ ਵਿੱਚ ਭੁਗਤ ਸਕਦੇ ਨੇ ਤੇ ਹੋਰ ਵੀ ਕਈ ਕੁਝ ਹੋ ਸਕਦਾ ਹੈ। ਇੱਕ ਸੁਝਾਅ ਮੇਰੇ ਇਹਦੇ ਵਿੱਚ ਇਹ ਵੀ ਹੈ ਕਿ ਜਦੋਂ ਆਪਾਂ ਕਹਾਣੀਆਂ ਪੜ੍ਹਾਉਂਦੇ ਆ, ਮੰਨ ਲਓ ਆਪਣੇ ਕੋਲ 60 ਕਹਾਣੀਆਂ ਦੀ ਟੈਕਸਟ ਆ ਗਈ, ਆਪਾਂ ਰੈਂਡਮਲੀ ਵੀ ਜਿਹੜੇ ਉੱਥੇ ਮੂਹਰੇ ਬੈਠੇ ਨੇ ਕਹਾਣੀਆਂ ਪੜ੍ਹਨ ਵਾਲੇ, ਉਹਨਾਂ ਨੂੰ ਰੈਂਡਮਲੀ ਇੱਕ ਇੱਕ ਕਹਾਣੀ ਦੇ ਦਈਏ ਕਿ ਤੁਸੀਂ ਇਹਦੀ ਬਾਅਦ ਦੇ ਵਿੱਚ ਸਾਨੂੰ ਲਿਖਤੀ ਤੌਰ ਤੇ ਫੀਡਬੈਕ ਦੇ ਦਿਓ ਕਿ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ। ਕਿਸੇ ਨੂੰ ਕੋਈ ਕਹਾਣੀ ਵੀ ਆ ਸਕਦੀ ਹੈ, ਉਹ ਬਾਅਦ ਦੇ ਵਿੱਚ ਜਦੋਂ ਮੈਗਜ਼ੀਨ ਕੱਢਦੇ ਆ ਜਿਵੇਂ, ਉਹਦੇ ਵਿੱਚ ਵੀ ਉਹ ਛਾਪੀ ਜਾ ਸਕਦੀ ਹੈ, ਉਹਦੀ ਆਲੋਚਨਾ। ਜਾਂ ਨਿੱਜੀ ਤੌਰ ਤੇ ਆਪਾਂ ਘੰਟੇ ਦਾ ਸਮਾਂ ਦੇ ਦਈਏ ਕਿ ਇਹ ਗੈਰ ਰਸਮੀ ਸੈਸ਼ਨ ਹੈ, ਉਹਦੇ ਵਿੱਚ ਉਹ ਬੰਦਾ ਉਸ ਬੰਦੇ ਨਾਲ ਡਿਸਕਸ਼ਨ ਕਰ ਲਏ ਜਿਹੜੇ ਬੰਦੇ ਨੇ ਉਹਦੀ ਕਹਾਣੀ ਪੜ੍ਹੀ ਹੈ। ਉਹਦੇ ਨਾਲ ਸਾਰੇ ਆਲੋਚਕ ਹੋਣਗੇ ਤੇ ਸਾਰੇ ਪੜ੍ਹਨ ਵਾਲੇ ਹੋਣਗੇ, ਤੇ ਇੱਕ ਗੈਰ ਰਸਮੀ ਘੰਟੇ ਦਾ ਸਮਾਂ ਆਪਾਂ ਦੇ ਦਾਂਗੇ ਕਿ ਇਹਨੇ ਕਹਾਣੀ ਪੜ੍ਹੀ ਹੈ, ਇਸ ਬੰਦੇ ਦੀ ਕਹਾਣੀ ਹੈ, ਇਹਦੇ ਨਾਲ ਬਹਿ ਕੇ ਗੱਲਬਾਤ ਕਰ ਲੈ ਕਿ ਤੈਨੂੰ ਮੇਰੀ ਕਹਾਣੀ ਕਿਵੇਂ ਲੱਗੀ। ਉਹ ਕਾਮਨ ਬੰਦੇ ਦੀ ਫੀਡਬੈਕ ਵੀ ਆ ਜੂਗੀ ਇਹਦੇ ਵਿੱਚ। ਅਨੁਵਾਦ ਵਾਲੀ ਗੱਲ ਸਾਰਿਆਂ ਨੇ ਕੀਤੀ ਹੈ, ਤੇ ਮੈਨੂੰ ਵੀ ਇਹ ਲੱਗਦਾ ਹੈ ਕਿ ਅਨੁਵਾਦ ਤੇ ਨਾ ਕੋਈ ਅਵਾਰਡ ਵੀ ਤੁਹਾਨੂੰ ਸ਼ੁਰੂ ਕਰਨਾ ਚਾਹੀਦਾ। ਜਿਹੜੇ ਬੰਦੇ ਕਹਾਣੀਆਂ ਦਾ, ਮਿੰਨੀ ਕਹਾਣੀਆਂ ਦਾ ਬਿਹਤਰ ਅਨੁਵਾਦ ਕਰਦੇ ਨੇ ਜਾਂ ਜਿਨ੍ਹਾਂ ਨੇ ਪਿਛਲੇ ਸਮੇਂ 'ਚ ਕੀਤਾ ਹੈ, ਇੱਕ ਅਵਾਰਡ ਉਹਨਾਂ ਲਈ ਸ਼ੁਰੂ ਕਰਨਾ ਚਾਹੀਦਾ। ਇਹਦੇ ਨਾਲ ਇੱਕ ਤਾਂ ਅਨੁਵਾਦ ਲਈ ਉਤਸ਼ਾਹਿਤ ਹੋਣਗੇ ਲੋਕ, ਜਿਹੜਾ ਮਤਲਬ ਅੰਤਰ ਭਾਸ਼ਾਈ ਸੰਵਾਦ ਹੈ ਸਾਡਾ ਉਹ ਚੱਲੂਗਾ। ਦੂਜੀਆਂ ਭਾਸ਼ਾਵਾਂ ਦੀਆਂ ਕਹਾਣੀਆਂ ਸਾਡੀ ਭਾਸ਼ਾ ਦੇ ਵਿੱਚ, ਸਾਡੀਆਂ ਕਹਾਣੀਆਂ ਦੂਜੀ ਭਾਸ਼ਾ ਦੇ ਵਿੱਚ, ਇਹਦੇ ਨਾਲ ਅਨੁਵਾਦ ਦੀ ਪ੍ਰਕਿਰਿਆ ਤੇਜ਼ ਹੋਊਗੀ ਤੇ ਅਨੁਵਾਦ ਵਾਲੇ ਬੰਦਿਆਂ ਨੂੰ ਉਤਸ਼ਾਹਿਤ ਹੋਣਗੇ ਉਹ, ਜੇ ਅਸੀਂ ਇੱਕ ਅਨੁਵਾਦ ਦਾ ਅਵਾਰਡ ਸ਼ੁਰੂ ਕਰੀਏ, ਜਿਵੇਂ ਅਸੀਂ ਬਾਕੀ ਕਈ ਸਾਰੇ ਅਵਾਰਡ ਸ਼ੁਰੂ ਕੀਤੇ ਹੋਏ ਨੇ। ਇਹ ਹੋ ਸਕਦਾ ਹੈ। ਇੱਕ ਮਤਲਬ ਜਿਹੜੀ ਗੈਰ ਰਸਮੀ ਦੀ ਗੱਲ ਹੈ, ਮੇਰੇ ਮਨ ਦੇ ਵਿੱਚ ਇੱਕ ਬਹੁਤ ਨਾਂ ਵੀ ਅੱਛਾ ਆਇਆ ਸੀ, ਜਿਵੇਂ ਪਾਰਲੀਮੈਂਟ ਦੇ ਵਿੱਚ ਇੱਕ 0 ਪੀਰੀਅਡ ਹੁੰਦਾ, 0 ਆਰ ਕਹਿੰਦੇ ਨੇ ਜਿਹਨੂੰ। ਇੱਕ 0 ਆਰ ਹੋਣਾ ਚਾਹੀਦਾ ਘੰਟੇ ਦਾ, ਕਿ ਉਹਦੇ ਵਿੱਚ ਕੋਈ ਬੰਦਾ ਕਿਸੇ ਨਾਲ ਵੀ ਕੋਈ ਵੀ ਗੱਲਬਾਤ ਕਰੇ, ਚਾਹੇ ਉਹ ਆਪਾਂ ਸਟੇਜ ਤੇ ਬਿਠਾ ਲਈਏ ਕੁਝ ਬੰਦੇ, ਚਾਹੇ ਆਪਾਂ ਬਿਲਕੁਲ ਹੀ ਗੈਰ ਰਸਮੀ ਕਰ ਲਈਏ। ਇੱਕ ਤਰੀਕਾ ਹੈ ਕਿ ਕੁਝ ਵਿਦਵਾਨ ਸਟੇਜ ਤੇ ਬਿਠਾ ਲਏ ਜਾਣ, ਕੋਈ ਵੀ ਬੰਦਾ ਉਹਨਾਂ ਨੂੰ ਕਿਹੋ ਜਿਹਾ ਵੀ ਸਵਾਲ ਕਰੇ, ਉਹ 0 ਆਰ ਦੇ ਤੌਰ ਤੇ, 0 ਪੀਰੀਅਡ ਦੇ ਤੌਰ ਤੇ ਮਤਲਬ ਸਾਡਾ ਹੋਵੇ, ਗੈਰ ਰਸਮੀ ਹੋਵੇ। ਉਹਦਾ ਪਹਿਲਾਂ ਮਿਥਿਆ ਸ਼ਡਿਊਲ ਕੋਈ ਨਾ ਹੋਵੇ ਕਿ ਆ ਐਕਸਪਰਟ ਬੈਠੇ ਨੇ ਜੀ, ਇਹਨਾਂ ਨਾਲ ਤੁਸੀਂ ਜਿਹੜਾ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਆਉਂਦਾ ਹੈ, ਸਿਧਾਂਤਕ ਸਵਾਲ, ਕੋਈ ਵੀ ਸਵਾਲ, ਉਹ ਸਵਾਲ ਤੁਸੀਂ ਕਰੋ। ਨਵੀਆਂ ਕਲਮਾਂ ਦਾ ਇੱਕ ਸੈਸ਼ਨ ਵੱਖਰਾ ਹੋ ਸਕਦਾ ਹੈ। ਜਿਹੜੀਆਂ ਨਵੀਆਂ ਕਲਮਾਂ ਆਉਂਦੀਆਂ ਨੇ, ਜਿਹੜੇ 10 15 20 ਬੰਦੇ ਜਿਹੜੇ ਆਉਂਦੇ ਨੇ, ਉਹਨਾਂ ਪ੍ਰਤੀ ਸਾਡਾ ਨਜ਼ਰੀਆ ਵੱਖਰਾ ਹੁੰਦਾ ਹੈ। ਜਿਹੜੇ ਪ੍ਰੌੜ ਕਹਾਣੀਕਾਰ ਹੁੰਦੇ ਨੇ, ਉਹਨਾਂ ਦੀ ਕਹਾਣੀਆਂ ਤੇ ਬੋਲਣ ਦਾ ਨਜ਼ਰੀਆ ਵੱਖਰਾ ਹੁੰਦਾ ਹੈ। ਨਵੇਂ ਲੇਖਕਾਂ ਨੂੰ ਉਤਸ਼ਾਹ ਦੇਣਾ ਹੁੰਦਾ ਹੈ, ਉਹਨਾਂ ਨੂੰ ਗੱਲਾਂ ਸਮਝਾਉਣ ਦੇ ਐਂਗਲ ਤੋਂ ਕਰਨੀਆਂ ਹੁੰਦੀਆਂ ਨੇ, ਜਦੋਂ ਕਿ ਪ੍ਰੌੜ ਕਹਾਣੀਕਾਰਾਂ ਨੂੰ ਆਪਾਂ ਛਿੱਲ ਤਰਾਸ਼ ਦਿੰਦੇ ਆ, ਉਹਦੇ ਬਾਰੇ ਕਈ ਵਾਰੀ ਬਹੁਤ ਤਿੱਖੇ ਵੀ ਹੋ ਜਾਂਦੇ ਆ ਆਪਾਂ, ਕਿਉਂਕਿ ਉਹਨਾਂ ਤੋਂ ਆਪਾਂ ਉਮੀਦ ਕਰਦੇ ਆ ਕਿ ਪ੍ਰੌੜ ਕਹਾਣੀਆਂ ਲੈ ਕੇ ਆਉਣ। ਉਹਦੇ ਨਾਲ ਨਵੇਂ ਕਹਾਣੀਕਾਰ ਇਗਨੋਰ ਹੋ ਜਾਂਦੇ ਨੇ। ਆਪਾਂ 10 15 20 ਕਹਾਣੀਕਾਰ ਨਵੇਂ ਨੇ ਜਿਹੜੇ, ਉਹਨਾਂ ਨੂੰ ਵੱਖਰਾ ਕੱਢ ਕੇ ਉਹਨਾਂ ਦਾ ਵੱਖਰਾ ਸੈਸ਼ਨ ਵੀ ਕੀਤਾ ਜਾ ਸਕਦਾ ਹੈ, ਤਾਂ ਕਿ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਸਕੇ, ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਤੇ ਉਹ ਆਪਣੇ ਨਾਲ ਹੋਰ ਬਿਹਤਰ ਤਰੀਕੇ ਨਾਲ ਜੁੜ ਸਕਣ। ਉਸ ਤੋਂ ਬਾਅਦ ਇਹ ਗੱਲ ਵੀ ਆਈ ਸੀ ਅੰਤਰਰਾਸ਼ਟਰੀ ਸਰੂਪ ਵਾਲੀ, ਇਹ ਵੀ ਮੈਨੂੰ ਗੱਲ ਅੱਛੀ ਲੱਗਦੀ ਹੈ ਕਿ ਇਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੰਟਰਨੈਸ਼ਨਲ ਟੱਚ ਦਿੱਤਾ ਜਾਣਾ ਚਾਹੀਦਾ ਹੈ। ਫਿਲਹਾਲ ਜੇ ਆਪਾਂ ਬੰਦੇ ਇੰਟਰਨੈਸ਼ਨਲ ਲੈਵਲ ਦੇ ਨਹੀਂ ਬੁਲਾ ਸਕਦੇ, ਬਾਹਰੋਂ ਨਹੀਂ ਬੁਲਾ ਸਕਦੇ, ਤਾਂ ਜਿਵੇਂ ਇਹ ਸੁਝਾਅ ਆਇਆ ਸੀ ਕਿ 10 ਕਹਾਣੀਆਂ ਅਨੁਵਾਦ ਕਰਕੇ ਇੱਕ ਸੈਸ਼ਨ ਦੇ ਵਿੱਚ ਪੜ੍ਹੀਆਂ ਜਾਣ, ਤਾਂ ਕਿ ਸਾਨੂੰ ਸਟੈਂਡਰਡ ਪਤਾ ਲੱਗੇ ਦੁਨੀਆ ਦੀ ਮਿੰਨੀ ਕਹਾਣੀ ਦਾ, ਕਿ ਦੁਨੀਆ ਦੇ ਵਿੱਚ ਜਿਹੜੀ ਇਹ ਮਿੰਨੀ ਕਹਾਣੀ ਆ ਉਹ ਕਿੱਥੇ ਕਿਹੋ ਜਿਹੀ ਲਿਖੀ ਜਾ ਰਹੀ ਹੈ, ਕਿਹੜੀ ਭਾਸ਼ਾ ਦੇ ਵਿੱਚ ਲਿਖੀ ਜਾ ਰਹੀ ਹੈ। ਉਹ ਤੇ ਕੋਈ ਘੰਟੇ ਅੱਧੇ ਘੰਟੇ ਦਾ ਸੈਸ਼ਨ ਵੱਖਰਾ ਹੋ ਸਕਦਾ ਹੈ। ਤੇ ਇੱਕ ਸੀ ਕਿ ਸਨਮਾਨਾਂ ਨੂੰ ਥੋੜਾ ਜਿਹਾ ਵੰਡ ਕੇ ਕੀਤਾ ਜਾਣਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਇੱਕੋ ਵੇਲੇ ਸਨਮਾਨ ਨਾਲ ਫਿਰ ਕੜਮਾਸ ਬਹੁਤ ਪੈਂਦਾ ਹੈ। ਜਿਵੇਂ ਆਪਾਂ ਜਿਹੜਾ ਮਿੰਨੀ ਕਹਾਣੀ ਦਾ ਕੰਪੀਟੀਸ਼ਨ ਕਰਾਉਨੇ ਆ, ਉਹਦੇ ਅਵਾਰਡ ਸ਼ੁਰੂ 'ਚ ਦਿੱਤੇ ਜਾ ਸਕਦੇ ਨੇ। ਜਦੋਂ ਸੈਸ਼ਨ ਸ਼ੁਰੂ ਹੁੰਦਾ ਹੈ, ਨਾਲ ਤਾਂ ਉਹਨਾਂ ਨੂੰ ਵੱਖਰਾ ਥੋੜਾ ਜਿਹਾ ਲੱਗੂਗਾ ਕਿ ਹਾਂ ਸਾਨੂੰ ਕੁਝ ਵੱਖਰਾ ਟ੍ਰੀਟਮੈਂਟ ਮਿਲਿਆ ਹੈ। ਇਸ ਤਰ੍ਹਾਂ ਹੀ ਕੋਈ ਵਿਚਕਾਰ ਪਹਿਲੇ ਦਿਨ ਦੇ ਅਖੀਰ ਤੇ ਕੋਈ 10 15 ਮਿੰਟ ਕੀਤੇ ਜਾ ਸਕਦੇ ਨੇ। ਜਦੋਂ ਆਪਾਂ ਅਖੀਰ ਤੇ ਸਾਰੇ ਕਰ ਲੈਣਾ ਨਾ, ਫਿਰ ਸਨਮਾਨਾਂ ਦੀ ਕਦਰ ਵੀ ਘਟਦੀ ਹੈ ਤੇ ਸਨਮਾਨ ਬਹੁਤ ਵੱਡੀ ਗਿਣਤੀ 'ਚ ਹੋ ਜਾਂਦੇ ਨੇ, ਫਿਰ ਉਹਦੀ ਵੈਲਿਊ ਨਹੀਂ ਰਹਿੰਦੀ ਹੈਗੀ। ਤੇ ਨਾਲੇ ਉਹ ਸਮਾਂ ਫਿਰ ਪਿੱਛੋਂ ਇਹ ਹੁੰਦਾ ਕਿ ਹੁਣ ਤਾਂ ਬਸ ਸਨਮਾਨ ਹੀ ਨੇ, ਹੋਰ ਤਾਂ ਕੁਝ ਹੈ ਨਹੀਂਗਾ। ਜਿਹਦਾ ਸਨਮਾਨ ਹੋਣਾ ਹੁੰਦਾ ਉਸੇ ਦਾ ਇੰਟਰਸਟ ਹੁੰਦਾ, ਜਿਹਦਾ ਸਨਮਾਨ ਨਹੀਂ ਹੋਣਾ ਹੁੰਦਾ ਉਹਦਾ ਕੋਈ ਇੰਟਰਸਟ ਨਹੀਂ ਹੁੰਦਾ ਹੈਗਾ। ਜੇ ਪਹਿਲਾਂ ਹੀ ਆਪਾਂ ਮੰਨ ਲਓ ਇੱਕ ਸ਼ੁਰੂ 'ਚ ਆਪਾਂ ਕਰਦੇ 5-7 ਬੰਦਿਆਂ ਦਾ, ਫਿਰ ਕਿਤੇ ਜਾ ਕੇ ਪਹਿਲੇ ਦਿਨ ਦੇ ਐਂਡ 'ਚ ਕਰ ਦਈਏ, ਫਿਰ ਦੂਜੇ ਦਿਨ ਸਟਾਰਟ ਕਰ ਦਈਏ, ਦੂਜੇ ਦਿਨ ਦੇ ਐਂਡ 'ਚ ਕਰ ਦਈਏ, ਉਹ ਫਿਰ 5-5 7-7 ਮਿੰਟ ਦੀ ਕਾਰਵਾਈ ਰਹਿ ਜੂਗੀ, ਤਵੱਜੋ ਵੀ ਵੱਧ ਮਿਲ ਜੂਗੀ ਤੇ ਸਾਡਾ ਮਤਲਬ ਕੱਲਾ ਸਨਮਾਨਾਂ ਵਾਲਾ ਰੌਲਾ ਗੋਲਾ ਵੀ ਨਹੀਂ ਪਊਗਾ। ਇਹ ਵੀ ਮੇਰੇ ਮਾਈਂਡ ਦੇ ਵਿੱਚ ਸੀ। ਤੇ ਇੱਕ ਲਾਸਟ ਗੱਲਾਂ ਦੋ ਇਹ ਨੇ ਕਿ ਜਿਹੜੇ ਬਹੁਤ ਸਾਰੇ ਲੋਕ ਨਾ ਕਹਾਣੀਆਂ ਉਹੀ ਪੜ੍ਹੀ ਜਾਂਦੇ ਨੇ ਬਾਰ-ਬਾਰ, ਘੱਟੋ ਘੱਟ ਇਹ ਕਹੋ ਕਿ ਰਿਪੀਟਡ ਕਹਾਣੀਆਂ ਨਾ ਹੋਣ।
ਕਹਾਣੀ ਰਿਪੀਟ ਨਾ ਕੀਤੀ ਜਾਵੇ, ਇਹਦੇ ਵਿੱਚ ਨਵੀਆਂ ਕਹਾਣੀਆਂ ਪੜ੍ਹੀਆਂ ਜਾਣ, ਨਵੀਆਂ ਕਹਾਣੀ ਤੇ ਚਰਚਾ ਹੋਵੇ। ਇਹ ਨਾ ਹੋਵੇ ਕੁਝ ਲੇਖਕਾਂ ਕੋਲੇ ਜਿਨ੍ਹਾਂ ਨੇ 5-10 ਉਹਨਾਂ ਦੀਆਂ ਪਾਪੂਲਰ ਕਹਾਣੀਆਂ ਹੁੰਦੀਆਂ ਨੇ, ਫਿਰ ਉਹੀ ਕਹਾਣੀ ਲੈ ਆਉਂਦਾ, ਉਹਦੇ ਵਿੱਚੋਂ ਫਿਰ ਕੁਝ ਨਵਾਂ ਨਹੀਂ ਨਿਕਲਦਾ ਹੈਗਾ। ਉਹ ਕਹਾਣੀ ਆਲਰੇਡੀ ਆਪਾਂ ਸੁਣੀ ਹੁੰਦੀ ਹੈ, ਨਾ ਉਹ ਤੇ ਕੋਈ ਚਰਚਾ ਕੀਤੀ ਜਾ ਸਕਦੀ ਹੈ, ਨਾ ਉਹ ਪੜ੍ਹਨ ਵਾਲੇ ਨੂੰ ਫਾਇਦਾ ਹੁੰਦਾ ਹੈ। ਹਾਂ, ਫੋਕੀ ਵਾਹਵਾ ਜ਼ਰੂਰ ਹੋ ਜਾਂਦੀ ਹੈ ਪੜ੍ਹਨ ਵਾਲੇ ਦੀ, ਉਹਨੂੰ ਲੱਗਦਾ ਹੈ ਕਿ ਬਹੁਤ ਅੱਛੀ ਕਹਾਣੀ ਹੈ। ਇਹਦੇ ਨਾਲ ਉਹ ਰਿਸਕ ਵੀ ਨਹੀਂ ਲੈਂਦਾ ਨਵੀਂ ਕਹਾਣੀ ਲਿਖਣ ਦਾ। ਜੇ ਨਵੀਂ ਕਹਾਣੀ ਲਿਖੂਗਾ ਤਾਂ ਕੁਝ ਨਵਾਂ ਨਿਕਲੂਗਾ। ਸੋ ਇੱਕ ਜਨਰਲ ਹਦਾਇਤ ਹੋਣੀ ਚਾਹੀਦੀ ਹੈ ਕਿ ਗੁਰੇਜ਼ ਕੀਤਾ ਜਾਵੇ ਕਿ ਕਹਾਣੀਆਂ ਜਿਹੜੀਆਂ ਹੈਗੀਆਂ ਨੇ ਉਹ ਰਿਪੀਟ ਨਾ ਹੋਣ। ਸੋ ਮੈਨੂੰ ਲੱਗਦਾ ਕਿ ਇੰਨੇ ਕੁ ਮੇਰੇ ਸੁਝਾਅ ਸੀ, ਮੈਂ ਗੱਲਾਂ ਕਰਨੀਆਂ ਚਾਹੁੰਦਾ ਸੀ। ਅਗਲੀ ਮੀਟਿੰਗ ਜ਼ਰੂਰ ਤੁਸੀਂ ਵਿਚਾਰਿਓ। ਥੈਂਕ ਯੂ। ਹਾਂਜੀ, ਬਹੁਤ ਬਹੁਤ ਧੰਨਵਾਦ ਡਾਕਟਰ ਕੁਲਦੀਪ ਸਿੰਘ ਦੀਪ, ਜਿਨ੍ਹਾਂ ਨੇ ਬਹੁਤ ਜ਼ਿਆਦਾ ਬੜਮੁੱਲੇ ਵਿਚਾਰ ਦਿੱਤੇ ਨੇ, ਤੇ ਮੈਂ ਨੋਟ ਵੀ ਕਰ ਲੈਣੇ, ਤੇ ਦੇਖਦੇ ਹਾਂ ਤੇ ਆਪਾਂ ਕੀ ਕਰ ਸਕਦੇ ਹੈਗੇ ਹਾਂ। ਖਾਸ ਤੌਰ ਤੇ ਜਿਹੜਾ ਨਵੀਆਂ ਕਲਮਾਂ ਦਾ ਸੈਸ਼ਨ ਵਾਲਾ ਹੈਗਾ, ਇਹ ਇੱਕ 0 ਆਵਰ ਵਾਲਾ, ਜਿਹਨੂੰ ਅਸੀਂ ਗਰੁੱਪ ਡਿਸਕਸ਼ਨ ਕਹਿੰਦੇ ਆ ਜਾਂ ਓਪਨ ਸੈਸ਼ਨ ਕਹਿੰਦੇ ਆ, ਜਾਂ ਅਨੁਵਾਦ ਦੇ ਅਵਾਰਡ ਵਾਲਾ, ਇਹ ਕਾਫੀ ਮੈਨੂੰ ਮਹੱਤਵਪੂਰਨ ਲੱਗਦੇ ਨੇ। ਜਾਂ ਟਾਈਮਿੰਗ ਵਾਲਾ ਜਿਹੜਾ 12 ਵਜੇ ਵਾਲਾ ਟਾਈਮਿੰਗ ਵਾਲਾ ਹੈਗਾ। ਇਸ ਤੋਂ ਬਿਨਾਂ 1-2 ਸੁਝਾਅ ਮਤਲਬ ਮੇਰੇ ਮਾਈਂਡ ਦੇ ਵਿੱਚ ਵੀ ਨੇ, ਉਸ ਤੋਂ ਬਾਅਦ ਮੈਂ ਡਾਕਟਰ ਦੀਪਤੀ ਹੋਰਾਂ ਨੂੰ ਕਹੂੰਗਾ ਕਿ ਉਹ ਗੱਲਬਾਤ ਕਰਨ। ਜਿਵੇਂ ਖਾਸ ਤੌਰ ਤੇ ਇੱਕ ਅਸੀਂ ਕੁਇਜ਼ ਟਾਈਪ ਕਰ ਸਕਦੇ ਹੈਗੇ ਆ, 15-20 ਮਿੰਟ ਤੋਂ ਲੈ ਕੇ ਅੱਧੇ ਘੰਟੇ ਤੱਕ ਦਾ, ਵੀ ਕੁਛ ਕਹਾਣੀਆਂ ਦੇ ਮਿੰਨੀ ਕਹਾਣੀਆਂ ਦੇ ਜਿਹੜੇ ਡਾਇਲੌਗ ਨੇ ਉਹ ਬੋਲੇ ਜਾਣ, ਤਾਂ ਕਿ ਸਾਨੂੰ ਪਤਾ ਲੱਗੇ ਵੀ ਕਿਹੜੇ ਲੇਖਕ ਮਤਲਬ ਉਹਨਾਂ ਕਹਾਣੀਆਂ ਮਿੰਨੀ ਕਹਾਣੀਆਂ ਨੂੰ ਪਛਾਣ ਸਕਦੇ ਨੇ, ਵੀ ਕਿਹੜੇ ਰਾਈਟਰ ਦੀ ਇਹ ਮਿੰਨੀ ਕਹਾਣੀ ਹੈਗੀ ਹੈ, ਤਾਂ ਆਪਾਂ ਉਹਨਾਂ ਨੂੰ ਕੋਈ ਪ੍ਰਾਈਜ਼ ਵਗੈਰਾ ਦੇ ਸਕਦੇ ਹੈਗੇ ਆ। ਇਹਦੇ ਨਾਲ ਕੀ ਹੈ ਕਿ ਪੜ੍ਹਨ ਦੀ ਜਿਹੜੀ ਰੁਚੀ ਆ ਉਹ ਵਿਕਸਿਤ ਹੋਊਗੀ, ਕਿਉਂਕਿ ਹੁਣ ਲਿਖਣ ਵੱਲ ਜ਼ਿਆਦਾ ਧਿਆਨ ਹੈ, ਪੜ੍ਹਨ ਵੱਲ ਘੱਟ ਧਿਆਨ ਹੈਗਾ। ਜੇਕਰ ਆਪਾਂ ਇੱਕ ਵੱਖਰਾ ਹੀ ਸੈਸ਼ਨ ਰੱਖ ਦਾਂਗੇ ਉਹ ਕੁਇਜ਼ ਕੰਪੀਟੀਸ਼ਨ ਦਾ, ਤਾਂ ਜਿਹੜੇ ਨਵੇਂ ਲੇਖਕ ਨੇ ਉਸ ਦਾ ਪੁਰਾਣੇ ਲੇਖਕ ਵੀ ਪੜ੍ਹਨ ਲੱਗ ਜਾਣਾ, ਤਾਂ ਥੋੜਾ ਜਿਹਾ ਆਪਾਂ ਨੂੰ ਉਹਦਾ ਫਾਇਦਾ ਹੋ ਸਕਦਾ ਹੈਗਾ। ਇਸੇ ਤਰ੍ਹਾਂ ਇੱਕ ਇਹ ਸੀ ਵੀ ਜਿਵੇਂ ਮਿੰਨੀ ਕਹਾਣੀ ਦੇ ਸ਼ੁਰੂਆਤੀ ਦੌਰ ਦੇ ਵਿੱਚ ਪੋਸਟਰ ਪ੍ਰਦਰਸ਼ਨੀ ਲੱਗਦੀ ਸੀ, ਇਸੇ ਤਰ੍ਹਾਂ ਅਸੀਂ ਇੱਕ ਪੰਜਾਬੀ ਆਪਣੀ ਪੰਜਾਬ ਸਾਹਿਤ ਅਕੈਡਮੀ ਉਹਨਾਂ ਨੂੰ ਭੇਜੀ ਹੋਈ ਹੈ ਸਾਡੀ ਇੱਕ, ਉਹਦੇ ਚ ਕੀ ਹੈ ਵੀ ਅਸੀਂ ਕੁਛ ਮਿੰਨੀ ਕਹਾਣੀਆਂ ਛਾਂਟ ਕੇ ਉਹਨਾਂ ਨੂੰ ਭੇਜੀਆਂ ਸੀ। ਉਹ ਕਹਿੰਦੇ ਸੀ ਵੀ ਅਸੀਂ ਪੋਸਟਰ ਬਣਾ ਦਾਂਗੇ, ਫਲੈਕਸ ਬਣਾ ਦਾਂਗੇ ਅਕੈਡਮੀ ਵੱਲੋਂ, ਤਾਂ ਜਿੱਥੇ ਵੀ ਸਾਡਾ ਕਿਤੇ ਪ੍ਰੋਗਰਾਮ ਹੁੰਦਾ ਹੈ, ਅੰਤਰਰਾਜੀ ਹੁੰਦਾ ਪ੍ਰੋਗਰਾਮ ਜਾਂ ਤ੍ਰੈਮਾਸਿਕ ਪ੍ਰੋਗਰਾਮ ਹੁੰਦਾ, ਤਾਂ ਜਿਹੜੇ ਉਹ ਫਲੈਕਸ ਨੇ ਉਹ ਆਪਾਂ ਲਗਾ ਸਕਦੇ ਹਾਂ। ਵੀ ਜਦੋਂ ਆਪਾਂ ਜਿਵੇਂ ਹੁਣ ਖਾਣਾ ਖਾਣ ਜਾਂਦੇ ਹਾਂ, ਚਾਹ ਪੀਣ ਜਾਂਦੇ ਹਾਂ, ਜਿੱਥੇ ਉਹ ਗੈਲਰੀ ਟਾਈਪ ਹੈਗਾ, ਤਾਂ ਉੱਥੇ ਉਹਨਾਂ ਦੀ ਪ੍ਰਦਰਸ਼ਨੀ ਲੱਗ ਕੇ ਤਾਂ ਉੱਥੇ ਵੀ ਮਿੰਨੀ ਕਹਾਣੀ ਦੀ ਮਤਲਬ ਗੱਲ ਹੋ ਸਕਦੀ ਹੈਗੀ ਹੈ। ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਮੈਂ ਡਾਕਟਰ ਦੀਪਤੀ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਕੁਝ ਗੱਲਾਂ ਕਰਨ, ਤੇ ਜੋ ਕੋਈ ਫਾਈਨਲ ਗੱਲਬਾਤ ਹੋਏਗੀ ਫਿਰ ਉਹ ਆਪਾਂ ਤੇ ਸਾਥੀਓ, ਤੁਸੀਂ ਸਾਰਿਆਂ ਨੇ ਬਹੁਤ ਵਧੀਆ ਸੁਝਾਅ ਦਿੱਤੇ, ਤੇ ਬਹੁਤ ਸਾਰੇ ਸੁਝਾਅ ਤਾਂ ਸਾਡੇ ਕੋਲੋਂ ਲਿਖਤੀ ਰੂਪ ਦੇ ਵਿੱਚ ਰਿਐਕਸ਼ਨ ਜਿਹੜਾ ਹੈਗਾ ਉਹ ਗਰੁੱਪ ਦੇ ਵਿੱਚ ਆਇਆ ਹੈਗਾ, ਤੇ ਉਹ ਵੀ ਮਤਲਬ ਕਿ ਵੱਖਰੇ ਤੌਰ ਤੇ ਨੋਟ ਕੀਤਾ ਹੋਇਆ। ਕੁਛ ਇਹ ਗੱਲਾਂ ਜਿਹੜੀਆਂ ਡਾਕਟਰ ਦੀਪ ਨੇ ਕੀਤੀਆਂ ਨੇ, ਉਹੀ ਕੁਛ ਇਹ ਗੱਲਾਂ ਮੇਰੇ ਮਨ 'ਚ ਵੀ ਚੱਲਦੀਆਂ ਸੀਗੀਆਂ। ਜੇ ਆਪਾਂ ਕਹੀ ਪਹਿਲੀ ਜਿਹੜੀ ਓਪਨ ਸੈਸ਼ਨ ਵਾਲੀ ਗੱਲ ਹੈ, ਜਿਵੇਂ ਸਾਡੇ ਸਾਇੰਟੀਫਿਕ ਵੈਸੇ ਵੀ ਸੈਸ਼ਨ ਦੇ ਹੁੰਦੇ ਨੇ ਇੱਥੇ, ਜਿਹਨੂੰ ਮਤਲਬ ਕਿ ਅਸੀਂ ਇੱਕ ਪੈਨਲ ਡਿਸਕਸ਼ਨ ਕਹਿੰਦੇ ਹੈਗੇ ਆ, ਤੇ ਉਹਦੇ 'ਚ ਪੈਨਲ ਡਿਸਕਸ਼ਨ ਦੇ ਵਿੱਚ 3-4 ਆਲੋਚਕ ਬਣਾਏ ਜਾ ਸਕਦੇ, ਜਿਹੜਾ ਕਿ ਉਹਨਾਂ ਨੂੰ ਕਹੇ ਵੀ ਤੁਸੀਂ ਕੰਟੈਂਟ ਤੇ ਕੋਈ ਸਵਾਲ ਹੋਏਗਾ ਤਾਂ ਤੁਸੀਂ ਜਵਾਬ ਦੇਣਾ ਹੈ, ਜੇ ਕੋਈ ਮਤਲਬ ਕਿ ਰੂਪ ਦੇ ਗੱਲ ਹੋਊਗੀ ਤਾਂ ਤੁਸੀਂ ਜਵਾਬ ਦੇਣਾ ਹੈ, ਸੰਚਾਰ ਤੇ ਜਿਵੇਂ ਇਹਨਾਂ ਨੇ ਜੋ ਵੀ ਕਿਹਾ ਵੀ ਵੱਖ-ਵੱਖ ਪੱਖ ਦੇ ਉੱਤੇ ਵੀ ਉਹ ਪਹਿਲਾਂ ਉਸ ਤੋਂ ਦੀ ਤਿਆਰੀ ਕਰਕੇ ਆਉਣ, ਤੇ ਫਿਰ ਜਿਹੜੇ ਵੀ ਨਵੇਂ ਲੇਖਕ ਨੇ, ਹੋਰ ਲੇਖਕ ਨੇ, ਜੋ ਵੀ ਉਹ ਪੁੱਛਣਾ ਚਾਹੁੰਦੇ ਨੇ ਉਹਨਾਂ ਤੋਂ ਸਵਾਲ ਕਰਨ। ਓਪਨ ਸੈਸ਼ਨ, 0 ਸੈਸ਼ਨ, ਜੋ ਵੀ ਤੁਸੀਂ ਕਹਿ ਲਓ, ਜਾਂ ਪੈਨਲ ਡਿਸਕਸ਼ਨ ਇਹਦਾ ਨਾਮ ਆਪਾਂ ਰੱਖ ਸਕਦੇ ਹਾਂ। ਇਹ ਇੱਕ ਅਸੀਂ ਸੋਚ ਰਹੇ ਸੀ ਕਿ ਵੀ ਇੱਕ ਇਹ ਸੈਸ਼ਨ ਆਪਾਂ ਵੱਲ ਰੱਖੀਏ। ਦੂਜੀ ਜਿਹੜੀ ਗੱਲ ਸੀਗੀ ਇਹ ਸ਼ੁਰੂਆਤ ਵਾਲੀ, ਬਿਲਕੁਲ ਇਹ ਗੱਲ ਮੈਂ ਖਾਸ ਤੌਰ ਤੇ ਮੈਂ ਵੀ ਮਹਿਸੂਸ ਕੀਤੀ ਹੈ, ਕਿਉਂਕਿ ਅਸੀਂ ਇੱਥੇ ਸਵੇਰੇ ਕੁਛ ਜਿਹੜੇ ਲੇਖਕ ਸੀਗੇ ਪੰਜਾਬ ਤੋਂ ਬਾਹਰ ਵਾਲੇ, ਉਹ ਤਕਰੀਬਨ ਮਤਲਬ ਕਿ 80% 90% ਉਹ ਆ ਚੁੱਕੇ ਸੀ, ਕੁਛ ਰਾਤ ਨੂੰ, ਕੁਛ ਸਵੇਰੇ ਵਾਲੀ ਟ੍ਰੇਨਾਂ ਤੋਂ। ਪੰਜਾਬ ਦੇ ਲੋਕਾਂ ਨੂੰ ਆਉਣਾ ਜਿਹੜਾ ਹੈਗਾ ਉਹ ਕੋਈ ਬਹੁਤਾ ਔਖਾ ਨਹੀਂ ਹੈ। 12 ਵਜੇ ਅਸੀਂ ਸੋਚਦੇ ਸੀ ਕਿ ਤਾਂ ਕਿ ਅਸੀਂ ਸੋਚੀ ਵੀ ਘੱਟੋ ਘੱਟ ਲੰਚ ਤੱਕ ਸਾਰੇ ਜਿਹੜੇ ਪਹੁੰਚ ਜਾਣ, ਤਾਂ ਕਿ ਸਾਰਿਆਂ ਨੂੰ ਖਾਣੇ ਦਾ ਵੀ ਇੰਤਜ਼ਾਮ। ਹੁਣ ਵੀ ਪਾਇਆ ਸੀਗਾ ਵੀ ਮਤਲਬ ਕਿ ਕਿਹਨਾਂ ਨੇ ਦੁਪਹਿਰ ਦਾ ਖਾਣਾ ਖਾਣਾ ਹੈਗਾ ਉਹ ਸਾਨੂੰ ਦੱਸ ਦੇਣ। ਚਲੋ ਕਿਸੇ ਨੇ ਮਤਲਬ ਕਿ ਉਸ ਬਾਰੇ ਬਹੁਤਾ ਆਪਣਾ ਉਹ ਨਹੀਂ ਦੱਸਿਆ, ਪਰ ਫਿਰ ਵੀ ਸਾਰੇ ਲਗਭਗ ਲੰਚ ਤੱਕ ਪਹੁੰਚ ਗਏ ਸੀਗੇ। ਤੇ ਲੰਚ ਤੱਕ ਜੇ ਬੰਦਾ 1 ਵਜੇ ਤੱਕ ਪਹੁੰਚ ਗਿਆ ਹੈਗਾ, 1:30 ਵਜੇ ਤੱਕ ਪਹੁੰਚ ਗਿਆ ਹੈਗਾ, ਤੇ ਅਸੀਂ ਪ੍ਰੋਗਰਾਮ 3:30 ਵਜੇ ਸ਼ੁਰੂ ਕਰ ਰਹੇ ਹੈਗੇ ਆ। 2 ਘੰਟੇ ਅਸੀਂ ਆਪ ਮਹਿਸੂਸ ਕੀਤਾ ਕਿ ਉਸ ਵਕਤ ਉਸ ਦਿਨ ਵੇਸਟ ਹੋਏ ਨੇ। ਤਾਂ ਇਸ ਨੂੰ ਥੋੜਾ 12 ਵਜੇ ਕਰਕੇ ਇੱਕ ਸੈਸ਼ਨ ਪਹਿਲਾਂ ਕਰਕੇ ਤੇ ਫਿਰ 1:30 ਵਜੇ ਲੰਚ ਕੀਤਾ ਜਾ ਸਕਦਾ ਹੈ। ਅਸੀਂ ਇਹਦੇ ਨਾਲ
2 ਜਿਹੜੇ ਸੈਸ਼ਨ ਨੇ ਹੋਰ ਐਕਸਟਰਾ ਕਰ ਸਕਦੇ ਆ ਤੇ ਰਾਤ ਨੂੰ ਵੀ 12 ਵਜੇ ਵਜਾਉਣ ਦੀ ਬਜਾਏ ਅਸੀਂ ਇਸ ਨੂੰ ਟਾਰਗੇਟ ਕਰੀਏ ਕਿ ਰਾਤ ਨੂੰ 10 ਵਜੇ ਤੱਕ ਪ੍ਰੋਗਰਾਮ ਜਿਹੜਾ ਹੈ ਨਾ ਉਹ ਉਸ ਤੋਂ ਦੇਰ ਨਾ ਚੱਲੇ, ਕਿਉਂਕਿ ਜਿਹੜੇ ਬੰਦੇ ਚਾਹੇ ਬਾਹਰੋਂ ਚੱਲੇ ਆ, ਚਾਹੇ ਰਾਤ ਨੂੰ ਸਾਰੀ ਗੱਡੀ 'ਚ ਆਏ ਹੈਗੇ, ਜਾਂ ਬੰਦਾ ਸਵੇਰੇ ਉੱਠ ਕੇ ਪੰਜਾਬ ਤੋਂ ਵੀ ਚੱਲਿਆ ਹੈਗਾ, ਉਹ ਵੀ ਫਿਰ ਥੱਕਿਆ ਹੁੰਦਾ ਤੇ ਰਾਤ ਦੇ 12 ਵਜੇ ਤੱਕ ਉਹਦਾ ਵੀ ਜਿਹੜਾ ਇੰਟਰਸਟ ਹੈਗਾ ਉਹ ਨਹੀਂ ਬੰਦਾ। ਤਾਂ ਇਸ ਕਰਕੇ ਇਹ ਤਾਂ ਸੋਚਿਆ ਹੀ ਸੀ ਕਿ ਆਪਾਂ ਇਹਨੂੰ ਮਤਲਬ ਕਿ ਉਹ ਕਰਾਂਗੇ। ਇੱਕ ਜਿਹੜੀ ਗੱਲ ਬਿਲਕੁਲ ਸਹੀ ਗੱਲ ਹੀ ਹੈਗੀ ਹੈ, ਜਿਹੜੀ ਦੂਜੀ ਹੋਰ ਗੱਲ ਕਹੀ ਹੈ ਉਹਨੂੰ ਮੈਂ ਕਹਿਣਾ ਵੀ ਇੱਕ ਸੈਸ਼ਨ ਨਵੇਂ ਲੇਖਕਾਂ ਦਾ ਵੱਖਰਾ ਹੋਵੇ, ਉਹਨਾਂ ਦੇ ਆਲੋਚਕ ਜਿਹੜੇ ਨੇ ਉਹਨਾਂ ਦੇ ਜਿਹੜੀ ਹੈਗੀ ਸ਼ੁਰੂਆਤੀ ਹਿਸਾਬ ਦੇ ਨਾਲ, ਜਿਵੇਂ ਉਹ ਮਿੰਨੀ ਕਹਾਣੀ ਦਾ ਆਪਣਾ ਸ਼ੁਰੂਆਤੀ ਦੌਰ ਹੈ ਉਸ ਹਿਸਾਬ ਦੇ ਨਾਲ ਉਹਨਾਂ ਦੇ ਉੱਤੇ ਗੱਲ ਕਰਨ। ਤੇ ਦੂਜੀ ਗੱਲ, ਜੇ ਉਵੇਂ ਪ੍ਰੋੜ ਜਿਹੜੇ ਲੋਕ ਲੇਖਕ ਨੇ ਉਹਨਾਂ ਨੂੰ ਇਹ ਗੱਲ ਕਹੀ ਜਾਵੇ ਵੀ ਤੁਸੀਂ ਕੋਈ ਨਵੀਂ ਤਰੀਕੇ ਦੀ, ਕੋਈ ਪ੍ਰਯੋਗ ਵਾਲੀ ਮਤਲਬ ਕਵਿਤਾ ਜਿਹੜੀ ਹੈ ਉਹ ਜਿਹੜੀ ਹੈਗੀ ਆ ਉਹ ਪੜ੍ਹਨੀ ਹੈਗੀ ਹੈ, ਜਿਸ 'ਚ ਤੁਸੀਂ ਕੋਈ ਨਵਾਂ ਪ੍ਰਯੋਗ ਕੀਤਾ ਹੈਗਾ, ਉਹੀ ਮਤਲਬ ਤੁਸੀਂ ਕਿਸੇ ਵੱਡੇ ਤਰੀਕੇ ਦੇ ਨਾਲ, ਟ੍ਰੈਡੀਸ਼ਨਲ ਤਰੀਕੇ ਦੇ ਨਾਲ ਜਿਹੜੀ ਤੁਸੀਂ ਮਿੰਨੀ ਕਹਾਣੀ ਲਿਖ ਕੇ ਆ ਰਹੇ ਹੋ ਜਾਂ ਲਘੂ ਕਥਾ ਲਿਖ ਕੇ ਆ ਰਹੇ ਹੋ, ਉਹਦੇ 'ਚ ਕੋਈ ਪ੍ਰਯੋਗ ਦੀ ਗੱਲ ਹੁੰਦੀ ਹੈ। ਪਰ ਆਪਾਂ ਨੂੰ ਫਿਰ ਕਿਤੇ ਕਿਤੇ ਬਹੁਤ ਲੱਗਦਾ ਹੈਗਾ ਵੀ ਕੋਈ, ਜਿਵੇਂ ਪ੍ਰਭਾਕਰ ਜੀ ਨੇ ਆਪਣੇ ਉਹਦੇ 'ਚ ਵਕਤਵਿਆ ਵਿੱਚ ਵੀ ਕਿਹਾ ਸੀਗਾ ਵੀ ਕੋਈ ਡਾਇਰੀ ਫਾਰਮ ਦੇ ਵਿੱਚ, ਕੋਈ ਪੱਤਰ ਫਾਰਮ ਦੇ ਵਿੱਚ ਜਾਂ ਕੋਈ ਨਾਟਕੀ ਫਾਰਮ ਦੇ ਵਿੱਚ ਇਸ ਤਰੀਕੇ ਦੇ ਨਾਲ ਕੋਈ ਸਾਡੇ ਕੋਲ ਬਹੁਤੀਆਂ ਰਚਨਾਵਾਂ ਨਹੀਂ ਆ ਰਹੀਆਂ। ਯਾਨੀ ਕਿ ਮਿੰਨੀ ਕਹਾਣੀ ਦੇ ਵਿੱਚ ਖਾਸ ਤੌਰ ਤੇ ਜੇ ਮੈਂ ਕਹਾਂ ਤਾਂ ਕੋਈ ਪ੍ਰਯੋਗ ਨਹੀਂ ਹੋ ਰਿਹਾ, ਬਹੁਤ ਘੱਟ ਪ੍ਰਯੋਗ ਹੋ ਰਹੇ ਨੇ। ਤਾਂ ਉਹ ਆਪਾਂ ਕਹੀਏ ਇੱਕ ਸੈਸ਼ਨ ਹੀ ਉਹ ਹੋਊਗਾ ਜਿਹੜਾ ਪ੍ਰਯੋਗਾਤਮਕ ਜਿਹੜੀਆਂ ਮਿੰਨੀ ਕਹਾਣੀਆਂ ਜਾਂ ਐਕਸਪੈਰੀਮੈਂਟਲ ਫੇਜ਼ ਰੱਖ ਲਿਆ ਜਾਵੇ। ਬਿਲਕੁਲ ਹਾਂਜੀ ਹਾਂਜੀ, ਵੀ ਉਹਨਾਂ ਨੂੰ ਮਤਲਬ ਕਿ ਜਿਵੇਂ ਨਵੇਂ ਲੇਖਕਾਂ ਵਾਸਤੇ ਇੱਕ ਵੀ ਹੋਵੇ, ਤੇ ਉਵੇਂ ਹੀ ਮਤਲਬ ਕਿ ਪ੍ਰੌੜ ਲੇਖਕਾਂ ਦੇ ਵਾਸਤੇ ਇੱਕ ਸੈਸ਼ਨ ਖਾਸ ਤੌਰ ਤੇ ਹੋਵੇ ਵੀ ਜਿਹੜੇ ਆਪਣੀ ਨਵੀਂ ਪ੍ਰਯੋਗ ਕੀਤੀ ਵੀ ਰਚਨਾ, ਨੈਚੁਰਲੀ ਆਪਾਂ ਨੂੰ ਪਤਾ ਵੀ ਚੱਲ ਜਾਊਗਾ, ਜਿਵੇਂ ਆਪਾਂ ਗੱਲ ਹੋਈ ਹੈ ਕਿ ਸਾਰਿਆਂ ਤੋਂ ਰਚਨਾ ਮੰਗਾਈਆਂ ਜਾਣ ਤੇ ਪਹਿਲਾਂ ਸਾਡੇ ਹੱਥ ਵਿੱਚ ਹੋਣ। ਇਹ ਗੱਲ ਬਹੁਤ ਜ਼ਰੂਰੀ ਹੈਗੀ ਆ। ਪਹਿਲਾਂ ਵੀ ਮਹਿਸੂਸ ਕੀਤਾ, ਹੁਣ ਐਤਕੀ ਥੋੜਾ ਜਿਹਾ ਕਹਿ ਲਓ ਵੀ ਉਸ ਤਿਆਰੀ ਦੇ ਵਿੱਚ ਜਾਂ ਕਿਤੇ ਵੀ ਇੱਕ ਖੁੱਜ ਗਈ ਗੱਲ ਵੀ ਉਹਨਾਂ ਤੋਂ ਰਚਨਾਵਾਂ ਪਹਿਲਾਂ ਮੰਗਾ ਕੇ ਤੇ ਆਲੋਚਕਾਂ ਨੂੰ ਪਹਿਲਾਂ ਦਿੱਤੀਆਂ ਜਾਣ, ਪਹਿਲਾਂ ਨਾ ਵੀ ਦਿੱਤੇ ਜਾਣ, ਉੱਥੇ ਆਪਾਂ ਮਤਲਬ ਕਿ ਉੱਥੇ ਪਹੁੰਚ ਕੇ ਵੀ ਆਪਾਂ ਕਈ ਵਾਰੀ ਹੈਗਾ ਅੱਧਾ ਘੰਟੇ ਦੇ ਵਿੱਚ ਹੀ ਬੰਦਾ ਪਹਿਲਾਂ ਹੋਵੇ ਉਹਦੇ ਕੋਲ ਪਹੁੰਚੇ, ਉਹਨੂੰ ਪਤਾ ਵੀ ਮੈਂ ਦੂਜੇ ਸੈਸ਼ਨ ਦੇ ਵਿੱਚ ਇਹਨਾਂ ਤੇ ਬੋਲਣਾ ਹੈਗਾ, ਤਾਂ ਉਹਨਾਂ ਨੂੰ ਉਸ ਤਰ੍ਹਾਂ ਪਹਿਲੇ ਸੈਸ਼ਨ ਦੇ ਵਿੱਚ ਦਿੱਤੀਆਂ ਜਾ ਸਕਦੀਆਂ ਨੇ। ਇਸ ਤਰੀਕੇ ਨਾਲ ਵੀ ਇਹਦਾ ਥੋੜੀ ਜਿਹੀ ਵਿਉਂਤ ਬਣਾਈ ਜਾ ਸਕਦੀ ਹੈਗੀ ਹੈ। ਤਾਂ ਇਹ ਜਿਹੜੀਆਂ ਗੱਲਾਂ ਹੈਗੀਆਂ ਨੇ ਇਹਨਾਂ ਨੂੰ ਆਪਾਂ ਜ਼ਰੂਰ ਧਿਆਨ 'ਚ ਰੱਖਾਂਗੇ। ਬਾਕੀ ਜਿਹੜੀ ਅਨੁਵਾਦ ਦੀ ਗੱਲ ਹੈਗੀ ਹੈ ਬਿਲਕੁਲ ਸਹੀ, ਆਪਾਂ ਚਲੋ ਅਨੁਵਾਦ ਦੇ ਸਾਰੇ ਹੀ ਲਗਭਗ ਕਹਿ ਸਕਦੇ ਆ ਕਿ ਹੈਗੇ ਨੇ। ਤਾਂ ਇਸ ਤਰੀਕੇ ਨਾਲ ਅਸੀਂ ਸ਼ੁਰੂਆਤੀ ਦਿਨਾਂ ਦੇ ਵਿੱਚ ਮੈਂ ਤੇ ਅਗਰਵਾਲ ਹੋਰਾਂ ਨੇ ਪੰਜਾਬੀ ਤੋਂ ਹਿੰਦੀ, ਹਿੰਦੀ ਤੋਂ ਪੰਜਾਬੀ ਦੇ ਵਿੱਚ ਕਾਫੀ ਮਤਲਬ ਕੀ ਕੀਤਾ ਹੈਗਾ। ਆਪਣੇ ਮਿੰਨੀ ਤ੍ਰੈਮਾਸਿਕ ਦੇ ਵਿੱਚ ਲਗਾਤਾਰ ਪਹਿਲੇ ਹੀ ਮਤਲਬ ਕਿ ਅੰਕ ਤੋਂ ਮਹਿਮਾਨ ਮਿੰਨੀ ਕਹਾਣੀਆਂ, ਮਹਿਮਾਨ ਰਚਨਾਕਾਰ ਦੇ ਤੌਰ ਤੇ ਕਾਲਮ ਜਿਹੜਾ ਹੈਗਾ ਉਹ ਲਗਾਤਾਰ ਚੱਲਦਾ ਹੈਗਾ। ਅਨੁਵਾਦ ਦਾ ਕੰਮ ਲਗਾਤਾਰ ਹੁੰਦਾ ਹੈਗਾ। ਠੀਕ ਹੈ ਕਿ ਇੱਥੇ ਜਦੋਂ ਹੁਣ ਆਪਾਂ ਇਕੱਠੇ ਮਿਲ ਕੇ ਇੱਕ ਸੈਸ਼ਨ ਕਰ ਰਹੇ ਹੈਗੇ ਤਾਂ ਆਪਾਂ ਜਿਹੜੇ ਹੈਗੇ ਨੇ, ਜਿਹੜੇ ਬਾਹਰ ਤੋਂ ਲੇਖਕ ਆਉਂਦੇ, ਹਿੰਦੀ ਦੇ ਲੇਖਕ ਆਉਂਦੇ, ਅਸੀਂ ਉਹਨਾਂ ਨੂੰ ਉਹ ਰਚਨਾਵਾਂ ਜਿਹੜੀਆਂ ਹੈਗੀਆਂ ਨੇ ਅਨੁਵਾਦ ਕਰਕੇ ਦੇ ਸਕਦੇ ਹਾਂ। ਕਿਉਂਕਿ ਚਲੋ ਕੁਛ ਜਿਹੜੇ ਤਾਂ ਦਿੱਲੀ ਤੱਕ ਦੇ ਲੇਖਕ ਨੇ, ਜਿਵੇਂ ਮਤਲਬ ਕਿ ਮੈਂ ਕਹਿ ਸਕਦਾ ਕਿ ਅੰਜੂ ਖਰਬੰਦਾ ਨੇ ਕਿਹਾ ਕਿ ਮੈਨੂੰ ਤਾਂ ਪੰਜਾਬੀ ਆਉਂਦੀ ਹੈ। ਉਹਨਾਂ ਨੇ ਇਹੀ ਕਿਹਾ ਕਿ ਅੰਤਰਾ ਕਰਵੜੇ ਹੈਗੇ ਨੇ, ਜਾਂ ਮਤਲਬ ਕਿ ਸੁਧਾ ਗੌਡਗਿਲ ਜਿਹੜੇ ਹੁਣ ਖੁਦ ਉਹ ਵੀ ਕਹਿ ਰਹੇ ਨੇ ਵੀ ਉਹਨਾਂ ਨੂੰ ਜਿਹੜੀ ਹੈਗੀ ਆ ਉਹ ਪੰਜਾਬੀ ਉਸ ਤਰ੍ਹਾਂ ਦੀ ਸਮਝ ਨਹੀਂ ਆਉਂਦੀ। ਤਾਂ ਇਸ ਕਰਕੇ ਪੰਜਾਬ ਵਾਲੇ, ਪੰਜਾਬ ਦੇ ਹਿੰਦੀ ਲੇਖਕ ਜਾਂ ਹਰਿਆਣੇ ਵਾਲੇ ਜਾਂ ਦਿੱਲੀ ਤੱਕ ਦੇ ਲੋਕ ਜਿਹੜੇ ਨੇ ਉਹ ਪੰਜਾਬੀ ਨੂੰ ਫਿਰ ਵੀ ਜਿਹੜੇ ਨੇ ਉਹ ਸਮਝ ਸਕਦੇ ਹੈਗੇ ਨੇ, ਆਪ ਹਿੰਦੀ ਵਿੱਚ ਲਿਖਦੇ ਹੋਣ। ਤਾਂ ਇਸ ਕਰਕੇ ਉਹ ਸਾਰੀਆਂ ਇਹਨਾਂ ਜਿਹੜੀਆਂ ਹੁਣ ਨੈਚੁਰਲੀ ਜਦੋਂ ਆਪਾਂ ਮਿਲਦੇ ਹਾਂ, ਕੁਛ ਨਵਾਂ ਕਰਦੇ ਹਾਂ ਤੇ ਕੁਛ ਹੋਰ ਨਵਾਂ ਕਰਨ ਦਾ ਰਾਹ ਖੁੱਲਦਾ ਹੈਗਾ। ਤਾਂ ਇਹ ਜਿਹੜੀਆਂ ਕੁਛ ਗੱਲਾਂ ਨੇ ਇਹ ਬਿਲਕੁਲ ਪ੍ਰੈਕਟੀਕਲੀ ਕਰਨ ਵਾਲੀਆਂ ਨੇ, ਹੋ ਵੀ ਸਕਦੀਆਂ ਨੇ। ਇਹ ਨਹੀਂ ਕਿ ਬਹੁਤ ਇਹੋ ਜਿਹੀਆਂ ਗੱਲਾਂ ਨੇ ਕਿ ਜਿਹਨਾਂ ਦਾ ਸੰਭਵ ਨਹੀਂ ਹੈਗਾ। ਬਾਕੀ ਜਿਹੜਾ ਆਪਣੇ ਦੀਪ ਹੋਰਾਂ ਨੇ ਇੱਕ ਬੜਾ ਜਿਹੜਾ ਵੱਖਰਾ ਸੁਝਾਅ ਦਿੱਤਾ ਹੈ ਪੈਰਲਲ ਸੈਸ਼ਨ ਵਾਲਾ, ਹੈ ਨਾ, ਇਹਦੇ ਤੇ ਵਿਚਾਰ ਕਰਾਂਗੇ। ਉਹਦੇ 'ਚ ਹੋਏਗਾ ਕਿ ਇਹ ਪਤਾ ਹੀ ਸਭ ਹੈ ਕਿ ਮੈਂ ਦੇਖਿਆ ਕਿ ਯੂਨੀਵਰਸਿਟੀਆਂ ਦੇ ਵਿੱਚ ਇਸ ਸਟਾਈਲ ਹੁੰਦਾ ਹੈਗਾ। ਉਹਨਾਂ ਨੇ ਬਹੁਤੇ ਬੰਦਿਆਂ ਨੇ ਪੇਪਰ ਪੜ੍ਹਨੇ ਹੁੰਦੇ ਨੇ, ਪੇਪਰ ਪੜ੍ਹਨ ਦੇ ਵਾਸਤੇ ਫਾਰਮੈਲਿਟੀ ਕਰਨੀ ਪੈਂਦੀ ਹੈ। ਹੁਣ ਆਪਣੇ ਕੋਲ ਮੰਨ ਲਓ ਵੀ 60 ਲੇਖਕ ਨੇ, ਆਪਾਂ ਕਹਿੰਦੇ ਕਿ 12 ਉਹ ਤੇ ਇੱਕ ਮੋਡਰੇਟਰ ਤੇ ਇੱਕ ਮਤਲਬ ਕਿ ਬੋਲਣ ਵਾਲਾ, ਤੇ ਜੇ ਆਪਾਂ 5 ਥਾਂ ਤੇ ਬਿਠਾ ਲੈਣੇ ਹੈਗੇ ਤੇ ਉਹ ਤਾਂ ਫਿਰ ਉਹ ਗੱਲ ਹੈਗੀ ਹੈ ਵੀ ਆਪਾਂ ਨੂੰ ਗੱਲ ਹੈਗੀ ਹੈ ਕਿ ਵੀ ਉਹਨਾਂ ਨੂੰ ਹੁਣ ਕੋਈ ਸੁਣਨ ਵਾਲਾ ਕੋਈ ਨਹੀਂ ਹੋਊਗਾ, ਆਡੀਅנס ਕੋਈ ਨਹੀਂ ਮਿਲੂਗੀ, ਆਪਸ ਦੇ ਵਿੱਚ ਹੀ ਹੋ ਜਾਊਗਾ। ਉਹ ਠੀਕ ਹੈ ਕਿ ਦੂਜਾ ਇਹਨਾਂ ਨੇ ਸੁਭਾਅ ਦਿੱਤਾ ਵੀ ਆਪਣਾ ਉਹਨਾਂ ਦੇ ਵਿੱਚੋਂ ਦੀ ਵਧੀਆ ਰਚਨਾਵਾਂ ਕੱਢ ਕੇ ਤੇ ਅਸੀਂ ਉਹਨਾਂ ਦਾ ਫਿਰ ਵੱਖਰਾ ਸੈਸ਼ਨ ਕਰੀਏ। ਇਹ ਗੱਲ ਵੱਖਰੀ ਹੈਗੀ ਹੈ ਜਿਹੜੀ ਇਹਨਾਂ ਨੇ ਕਹੀ ਹੈਗੀ ਹੈ, ਉਹ ਜਿਹੜਾ ਕਿ ਯੂਨੀਵਰਸਿਟੀਆਂ ਦੇ ਜੇ ਪੈਰਲਲ ਸੈਸ਼ਨ ਵਿੱਚ ਨਹੀਂ ਹੁੰਦੀ। ਵੈਸੇ ਗੱਲ
ਇਹਨੂੰ ਉਸ ਢੰਗ ਨਾਲ ਲੈ ਸਕਦੇ ਆਪਾਂ ਜਿਹਨੂੰ ਗਰੁੱਪ ਡਿਸਕਸ਼ਨ ਕਹਿੰਦੇ ਹੈਗੇ ਆ। ਅਸੀਂ ਛੋਟੇ ਛੋਟੇ ਗਰੁੱਪ ਬਣਾ ਦਈਏ, ਉਹ ਆਪਸ ਦੇ ਵਿੱਚ ਮਤਲਬ ਕਿ ਬਿੰਨੀ ਕਹਾਣੀਆਂ ਤੇ ਸੁਣਾਉਣ ਸਾਰੇ ਜਣੇ ਹੀ, ਜਿਵੇਂ ਜੁਗਨੂ ਦੇ ਅੰਗ ਸੰਗ ਅਸੀਂ ਕਰਦੇ ਰਹੇ ਆ ਪਹਿਲੇ ਜ਼ਮਾਨੇ ਦੇ ਵਿੱਚ। ਬਿਲਕੁਲ ਜੁਗਨੂਆਂ ਦੇ ਅੰਗ ਸੰਗ ਹੀ ਹੋਊਗਾ, ਖੁੱਲ ਕੇ ਚਰਚਾ ਹੋ ਸਕਦੀ ਉਹਦੇ ਵਿੱਚ। ਆਪ ਵੀ ਕਹਿ ਸਕਦੇ ਵੀ 4-5 ਛੋਟੇ ਛੋਟੇ ਜੁਗਨੂਆਂ ਦੇ ਅੰਗ ਸੰਗ ਵਗੈਰਾ ਪ੍ਰੋਗਰਾਮ ਹੋ ਰਿਹਾ ਹੈਗਾ, ਤੇ ਉਹਦੇ ਵਿੱਚੋਂ ਦੀ ਆਪਾਂ ਜਿਹੜਾ ਵਧੀਆ ਜਿਹੜੀਆਂ ਰਚਨਾਵਾਂ ਨੇ, ਵਧੀਆ ਗੱਲਬਾਤ ਹੈਗੀ ਹੈ, ਉਹ ਆਪਾਂ ਸਾਰੇ ਵੱਡੇ ਸੈਸ਼ਨ ਦੇ ਫੁੱਲ ਸੈਸ਼ਨ ਦੇ ਵਿੱਚ ਆਪਾਂ ਉਹਨਾਂ ਨੂੰ ਪੇਸ਼ ਕਰ ਸਕਦੇ ਹੈਗੇ ਆ। ਤਾਂ ਇਹ ਕੁਛ ਗੱਲਾਂ ਮੈਂ ਵੀ ਨੋਟ ਕੀਤੀਆਂ ਨੇ, ਕੁਰਲੀਆਂ ਵੀ ਨੋਟ ਕਰ ਰਿਹਾ ਹੈਗਾ, ਤੇ ਇਹਦੇ ਵਿੱਚੋਂ ਦੀ ਆਪਾਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਇਸ ਸਾਲ ਆਪਾਂ ਵੱਧ ਤੋਂ ਵੱਧ ਕਰ ਸਕਾਂਗੇ। ਕੁਛ ਹੋਰ ਜੇ ਰਹਿ ਜਾਊਗਾ ਅੰਤਰਰਾਸ਼ਟਰੀ ਵਾਲੀ ਗੱਲ ਹੈਗੀ ਹੈ, ਉਹ ਆਪਾਂ ਕੁਛ ਇੱਕ ਚੀਜ਼ਾਂ ਜੇ ਸੰਭਵ ਹੋਊਗਾ ਤਾਂ ਐਤਕੀ ਕਰ ਸਕਦੇ ਹਾਂ, ਨਹੀਂ ਤਾਂ ਆਪਾਂ ਮਤਲਬ ਕਿ ਹੋਰ ਸੁਝਾਅ ਵੀ ਕਰ ਸਕਦੇ ਹਾਂ ਕਿ ਆਪਾਂ ਮਤਲਬ ਕਿ ਇਹਨੂੰ ਇੱਕ ਦਿਨ ਦਾ ਮਤਲਬ ਕਿ ਜਿਹੜਾ 2 ਦਿਨ ਦਾ ਰੱਖਦੇ ਹੈਗੇ ਆ ਵੀ ਠਹਿਰਨ ਦੀ ਗੱਲ ਹੈਗੀ ਹੈ। ਜੇ ਕੋਈ ਠਹਿਰ ਸਕਦਾ ਹੈਗਾ ਲੇਖ ਤੱਕ, ਆਪਾਂ ਸਵੇਰੇ 11 ਵਜੇ ਵੀ ਸ਼ੁਰੂ ਕਰ ਸਕਦੇ ਹਾਂ, ਤੇ ਫਿਰ ਆਪਾਂ ਇੱਕ ਦਾ ਸੈਸ਼ਨ ਵੱਧ ਵੀ ਕਰ ਸਕਦੇ ਹਾਂ। ਯਾਨੀ ਕਿ ਪੂਰੇ 2 ਦਿਨਾਂ ਦਾ ਜੇ ਇਹ ਸਮਾਗਮ ਹੋ ਸਕੇ, ਤੇ ਇਹ ਗੱਲ ਹੈਗੀ ਹੈ ਕਿ ਕਿੰਨੇ ਕੁ ਲੋਕ ਆਪਣੇ ਘਰੋਂ 2 ਦਿਨ ਦਾ ਮਤਲਬ ਹੁੰਦਾ ਵੀ ਸਾਡੇ ਕੋਲੋਂ 1 ਦਿਨ ਆਉਣ ਦਾ, 1 ਦਿਨ ਜਾਣ ਦਾ, ਤੇ 2 ਦਿਨ ਇੱਥੇ ਰਹਿਣ ਦਾ, ਫਿਰ 4 ਦਿਨ ਚਾਹੀਦੇ ਹੁੰਦੇ ਆ। ਕਿਹੜੇ ਲੋਕ, ਕਿੰਨੇ ਕੁ ਲੋਕ 4 ਦਿਨ ਆਪਣੇ ਵਾਸਤੇ ਸਪੇਅਰ ਕਰ ਸਕਦੇ ਆ ਇਸ ਵਿਦਾ ਦੇ ਵਾਸਤੇ, ਤਾਂ ਉਹ ਆਪਾਂ ਵੀ ਵਿਚਾਰ ਕਰ ਸਕਦੇ ਆ ਸਾਰਿਆਂ ਦੇ ਨਾਲ ਵੀ ਅਸੀਂ 2 ਦਿਨ ਦਾ ਸੈਸ਼ਨ ਰੱਖੀਏ ਜਾਂ ਸਵੇਰੇ ਸ਼ੁਰੂ ਕਰੀਏ, ਤੁਸੀਂ ਰਾਤ ਨੂੰ ਆ ਜਾਓ। ਠਹਿਰਨ ਦੀ ਕੋਈ ਸਮੱਸਿਆ ਨਹੀਂ। ਜਿਸ ਤਰ੍ਹਾਂ ਮਤਲਬ ਗੱਲ ਕਹੀ ਵੀ ਪਿੰਗਲਵਾੜੇ ਦੇ ਵਿੱਚ ਇਹ ਤਾਂ ਉਹ ਤਾਂ ਹੈ ਨਹੀਂ ਵੀ ਇੱਥੇ ਕਮਰੇ ਨਹੀਂ ਮਿਲਣੇ, ਜਿੰਨੇ ਕਮਰੇ ਹੈਗੇ ਨੇ ਉਹ ਹੈਗੇ ਨੇ। ਉਹ ਮਤਲਬ ਕਿ 1 ਦਿਨ ਵਾਸਤੇ, 1 ਹਫ਼ਤੇ ਵਾਸਤੇ ਵੀ ਹੋ ਸਕਦੇ ਨੇ, ਉਹ ਉਹਨਾਂ ਤੇ ਉੱਥੇ ਕੋਈ ਚੱਕਰ ਨਹੀਂ ਹੈ, ਕਿਉਂਕਿ ਇੱਥੇ ਕਿਹੜਾ ਡੇਲੀ ਰੂਟੀਨ ਦੇ ਵਿੱਚ ਲੋਕ ਨਹੀਂ ਆਉਂਦੇ ਵੀ ਡੇਲੀ ਰੂਟੀਨ ਦੇ ਵਿੱਚ ਉਹਨਾਂ ਨੂੰ ਕਿਸੇ ਨੂੰ ਇਹ ਦਿੱਤੇ ਜਾਂਦੇ ਹੁਣ ਕਮਰੇ। ਇਹ ਸਿਰਫ ਖਾਸ ਕੋਈ ਸਮਾਗਮ ਹੁੰਦਾ ਹੈ, ਜਿਸ ਤਰ੍ਹਾਂ ਮੈਂ ਉੱਥੇ ਵੀ ਕਿਹਾ ਸੀਗਾ ਭਗਤ ਜੀ ਦੀ ਬਰਸੀ ਹੁੰਦੀ ਹੈ, ਭਗਤ ਜੀ ਦਾ ਜਨਮ ਦਿਨ ਹੁੰਦਾ ਹੈ, ਹੋਰ ਜਾਂ ਕੋਈ ਵਿਸ਼ੇਸ਼ ਇੱਕ ਦਾ ਸਮਾਗਮ ਹੋਰ ਹੁੰਦਾ ਹੈ। ਸਾਲ ਦੇ ਵਿੱਚ 3-4-5 ਸਮਾਗਮ ਹੁੰਦੇ ਨੇ। ਅਦਰਵਾਈਜ਼ ਇਹ ਆਮ ਪਬਲਿਕ ਵਾਸਤੇ ਨਹੀਂ ਹੈਗਾ ਵੀ ਕੋਈ ਮਰਜ਼ੀ ਆ ਕੇ ਜਦੋਂ ਮਰਜ਼ੀ ਉੱਥੇ ਠਹਿਰ ਜਾ। ਤਾਂ ਇਸ ਕਰਕੇ ਉਹ ਕੋਈ ਸਮੱਸਿਆ ਨਹੀਂ ਹੈਗੀ। ਸਮੱਸਿਆ ਹੈਗੀ ਵੀ ਸਾਡੇ ਉੱਥੇ ਪਹੁੰਚਣ ਦੀ, ਉੱਥੇ ਰਹਿਣ ਦੀ, ਅਸੀਂ ਕਿੰਨੇ ਕੁ ਦਿਨ ਘਰੋਂ ਕੱਢ ਸਕਦੇ ਹਾਂ, ਕਿੰਨਾ ਕੁ ਸਮਾਂ ਕੱਢ ਸਕਦੇ ਹਾਂ। ਚਲੋ ਸਾਰਿਆਂ ਨਾਲ ਫਿਰ ਇੱਕ ਵਾਰੀ ਜਦੋਂ ਵਿਉਂਤ ਬਣਾਵਾਂਗੇ ਤਾਂ ਸਾਰਿਆਂ ਨਾਲ ਸੰਪਰਕ ਕਰਕੇ ਵੀ ਆਪਾਂ ਐਤਕੀ ਸਮਾਗਮ ਕਿੰਨੇ ਸਮੇਂ ਦਾ ਰੱਖੀਏ, ਕਿੰਨਾ ਕੁ ਹੋ ਸਕਦਾ। ਕੋਈ ਤੁਸੀਂ ਸਵੇਰੇ 10 ਵਜੇ ਤੱਕ ਪਹੁੰਚ ਸਕਦੇ ਹੋ, 11 ਵਜੇ ਤੱਕ ਪਹੁੰਚ ਸਕਦੇ ਹੋ। ਸਵਾਲ ਹੈਗਾ ਕਿ ਵੀ ਪੰਜਾਬ ਤੋਂ ਆਉਣਾ ਕੋਈ ਮੁਸ਼ਕਲ ਨਹੀਂ ਹੈਗਾ। 1 ਵਜੇ ਵੀ ਚਲੋ ਤਾਂ 10 ਵਜੇ ਤੱਕ ਤੁਸੀਂ ਪੰਜਾਬ ਦੇ ਕਿਸੇ ਵੀ ਕਾਰਨਰ ਤੇ ਪਹੁੰਚ ਸਕਦੇ ਹੈਗੇ ਹੋ। ਤਾਂ ਇਹ ਮਤਲਬ ਕੀ ਹੈਗਾ ਗੱਲ, ਆਪਣੇ ਕੋਲ ਸਮਾਂ ਥੋੜਾ ਜਿਹਾ ਵੱਧ ਆਪਾਂ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਬਾਹਰੋਂ ਤੋਂ ਜਦੋਂ ਬਾਹਰੋਂ ਆਉਣਾ ਹੈਗਾ ਉਹਨੇ ਤਾਂ ਮਤਲਬ ਕਿ ਟ੍ਰੇਨ ਦੀ ਬੁੱਕ ਕਰਾਉਣੀ ਹੈਗੀ। ਕੋਈ ਉਹ ਸੋਚਦਾ ਕਿ ਵੀ ਚਲੋ ਵੀ ਜਿੰਨਾ ਲੇਟ ਕਰ ਤੁਰ ਸਕਦੇ ਉਹਨਾਂ ਤੁਰੀਏ, ਤਾਂ ਉਹ ਥੋੜਾ ਜਿਹਾ 2 ਘੰਟੇ ਪਹਿਲਾਂ ਵੀ ਤੁਰ ਸਕਦਾ ਘਰ ਤੋਂ। ਉਹਨੇ ਤਾਂ ਟ੍ਰੇਨ ਪਕੜਨੀ ਹੈਗੀ ਹੈ, ਟਿਕਟ ਬੁੱਕ ਕਰਾਉਣੀ ਹੈਗੀ ਹੈ, ਉਸ ਹਿਸਾਬ ਨਾਲ ਉਹ ਟਿਕਟ ਬੁੱਕ ਕਰਾ ਕੇ ਟ੍ਰੇਨ ਕਰ ਸਕਦਾ ਹੈਗਾ। ਫਿਰ ਵੀ ਚਲੋ ਬਹੁਤ ਵਧੀਆ ਗੱਲਾਂ ਹੋਈਆਂ ਨੇ। ਚਲੋ ਇੱਕ ਫੀਡਬੈਕ ਆ ਗਿਆ ਹੈਗਾ, ਤੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਅਸੀਂ ਆਪਸ ਵਿੱਚ ਮਿਲਾਂਗੇ ਤੇ ਫਿਰ ਇਹਨਾਂ ਵਿੱਚੋਂ ਦੀ ਕਿੰਨੀਆਂ ਗੱਲਾਂ ਹੋਰ ਸੋਲਿਡ ਤਰੀਕੇ ਦੇ ਨਾਲ, ਪੱਕੇ ਮਤਲਬ ਕਿ ਠੋਸ ਤਰੀਕੇ ਨਾਲ ਅਸੀਂ ਕਿੱਥੇ ਨਿਰਣੇ ਤੇ ਪਹੁੰਚਦੇ ਹੈਗੇ ਆ, ਤੇ ਉਸ ਦੇ ਹਿਸਾਬ ਨਾਲ ਆਪਾਂ ਅੱਗੋਂ ਅਗਲੇ ਸਾਲ ਦੀ ਵਿਉਂਤਬੰਦੀ ਬਣਾਵਾਂਗੇ। ਇਹ ਕਹਿ ਸਕਦੇ ਹੈਗੇ ਕਿ ਅਗਲਾ ਜਿਹੜਾ ਆਪਾਂ ਸਮਾਗਮ ਕਰਾਂਗੇ ਇਸ ਤੋਂ ਬਿਹਤਰ ਹੋਊਗਾ, ਵੱਧ ਵਿਉਂਤਬੰਦੀ ਵਾਲਾ ਹੋਊਗਾ, ਤੇ ਵੱਧ ਉਹ ਪ੍ਰੋਡਕਟਿਵ ਹੋਊਗਾ। ਉਹਦੇ ਵਿੱਚ ਆਪਾਂ ਹੋਰ ਵਧੀਆ ਗੱਲਾਂ, ਵਧੀਆ ਨਤੀਜੇ ਤੇ ਪਹੁੰਚ ਸਕਾਂਗੇ। ਇਹ ਸਾਡੇ ਸਾਰਿਆਂ ਦੇ ਸਹਿਯੋਗ ਨਾਲ, ਜਿਸ ਤਰ੍ਹਾਂ ਐਤਕੀ ਤੁਸੀਂ ਸਹਿਯੋਗ ਕੀਤਾ, ਅਗਲੀ ਵਾਰੀ ਵੀ ਇਸੇ ਤਰੀਕੇ ਦਾ ਸਹਿਯੋਗ ਤੁਸੀਂ ਕਰੋਗੇ। ਤੇ ਇਸ ਜਿਹੜੀ ਆਪਾਂ ਲੋਕਾਂ ਨੇ ਕਿਹਾ ਕਿ ਵੀ ਬੜੀ ਟਾਈਮ ਦੀ ਬੜੀ ਪਲੈਨਿੰਗ ਸੀਗੀ, ਇਹ ਸਭ ਤੁਹਾਡੇ ਸਾਰਿਆਂ ਨਾਲ ਮਿਲ ਕੇ ਹੁੰਦੀ ਹੈ। ਟਾਈਮ ਦੀ ਪਲੈਨਿੰਗ ਜਿਹੜੀ ਹੈਗੀ ਹੈ, ਇਹ ਨਹੀਂ ਕਿ ਵੀ ਅਸੀਂ ਤਾਂ ਇਹ ਕਿਹਾ ਵੀ ਆਪਾਂ 9 ਵਜੇ ਸ਼ੁਰੂ ਕਰਾਂਗੇ, ਤਾਂ 9 ਵਜੇ ਸ਼ੁਰੂ ਕਰਨ ਦਾ ਸਿਹਰਾ ਮਤਲਬ ਕਿ ਤੁਹਾਡੇ ਸਾਰਿਆਂ ਤੇ ਜਾਂਦਾ ਹੈਗਾ ਜੇ ਤੁਸੀਂ ਉੱਥੇ ਆ ਕੇ ਬੈਠਦੇ ਹੋ। ਉਸੇ ਤਰੀਕੇ ਨਾਲ ਜਿਨ੍ਹਾਂ ਨੂੰ ਟਾਈਮ ਦਿੱਤਾ ਵੀ ਤੁਸੀਂ 15 ਮਿੰਟ ਬੋਲਣਾ, ਤੇ ਉਹਨੇ 15 ਮਿੰਟ ਹੀ ਬੋਲਿਆ। ਇਹ ਸਾਰੀ ਰਲ ਮਿਲ ਕੇ ਹੁੰਦੀ ਹੈਗੀ ਹੈ। ਫਿਰ ਪ੍ਰਬੰਧਕਾਂ ਦੇ ਕਹਿਣ ਨਾਲ ਨਹੀਂ ਵੀ ਇਹ ਜੇ ਤੁਸੀਂ ਸਹਿਯੋਗ ਦਿਓਗੇ ਤਾਂ ਉਹ ਸਿਰੇ ਚੜੂਗਾ ਪ੍ਰੋਗਰਾਮ, ਤੇ ਉਸੇ ਤਰੀਕੇ ਨਾਲ ਸਿਰੇ ਚੜਿਆ ਵੀ ਹੈਗਾ। ਤੇ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਨਵੀਆਂ ਸਿੱਖਣ ਨੂੰ ਸਭ ਹਰ ਇੱਕ ਪ੍ਰੋਗਰਾਮ 'ਚ ਮਿਲਦੀ ਹੈ। ਆਪਾਂ ਕੋਈ ਵੀ ਇਵੈਂਟ ਹੁੰਦਾ ਉਸ ਤੋਂ ਬੰਦਾ ਸਿੱਖਦਾ ਹੈਗਾ, ਹਰ ਰੋਜ਼ ਸਿੱਖਦਾ ਹੈਗਾ, ਤੇ ਅਸੀਂ ਵੀ ਸਿੱਖਿਆ ਹੈਗਾ। ਤੇ ਤੁਸੀਂ ਹੁਣ ਫੀਡਬੈਕ ਦੇ ਕੇ ਹੋਰ ਇਸ ਜਿਹੜੀ ਗੱਲ ਸਿੱਖੀ ਹੈ ਉਸ ਨੂੰ ਹੋਰ ਵਧੀਆ ਬਣਾਇਆ ਹੈਗਾ। ਤੇ ਤੁਸੀਂ ਸਾਰੇ ਜੁੜੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਆਪਾਂ ਫਿਰ ਛੇਤੀ ਹੀ ਕੋਈ ਨਵੀਂ ਪ੍ਰੋਗਰਾਮ ਦੇ ਨਾਲ, ਨਵੀਂ ਪਲੈਨਿੰਗ ਨਾਲ, ਬਾਕੀ ਆਪਣੇ ਕੁਲਰੀਆ ਤੁਹਾਡਾ ਸਾਰਿਆਂ ਦਾ ਵਿਧੀਵਤ ਧੰਨਵਾਦ ਕਰਾਂਗੇ। ਹਾਂਜੀ, ਅੰਜੂ ਖਰਬੰਦਾ ਮੈਡਮ ਸ਼ਾਮਲ ਹੋਏ ਨੇ। ਜੇ ਮੈਂ ਕੁਝ ਤਾਂ ਕਹਿਣਾ ਚਾਹੁੰਦੇ ਹੋ ਤੁਸੀਂ ਕਹਿ ਸਕਦੇ ਹੋ ਜੀ।
खुशी सिंह आया सी, मैं 8 बजे किसी पेशेंट की सलाह करनी कितने डॉक्टर कौन खुशी सिंह। ਅੱਜ ਕੁਲਰੀਆਂ ਜੀ ਮੇਰੇ ਖਿਆਲ ਕੁਲਰੀਆਂ ਸਾਹਿਬ ਨਹੀਂ ਹੈਗੇ ਤੇ ਉਹ ਤਾਲਬੇਲ ਚ ਉਹਨਾਂ ਦਾ ਨੈਟਵਰਕ ਦੀ ਪ੍ਰੋਬਲਮ ਹੈ। ਹਾਂ ਚਲੋ ਤੁਸੀਂ ਮਤਲਬ ਕਿ ਇਹ ਸਾਰਾ ਪ੍ਰਬੰਧ ਨੈਟਵਰਕ ਦਾ ਤੁਸੀਂ ਕੀਤਾ ਹੈਗਾ, ਤੁਸੀਂ ਵਧੀਆ ਇੱਕ ਮਤਲਬ ਕਿ ਪਲੇਟਫਾਰਮ ਸਾਰਾ ਦਿੱਤਾ, ਧੰਨਵਾਦ। ਇੱਕ ਤਾਂ ਇਹ ਹੈ ਕਿ ਮੈਂ ਇਹਦੀ ਰਿਕਾਰਡਿੰਗ ਸਾਰੀ ਕਰ ਲਈ, ਮੈਂ ਤੁਹਾਨੂੰ ਭੇਜ ਦੂੰਗਾ, ਤੁਸੀਂ ਇਹਨੂੰ ਬਾਅਦ ਚ ਵੀ ਸੁਣ ਸਕਦੇ ਹੋ। ਜਿੰਨੇ ਸੁਝਾਅ ਆਏ ਨੇ ਸਾਰੇ ਮਤਲਬ ਉਹ ਤੁਹਾਡੀਆਂ ਕਾਪੀਆਂ ਤੇ ਰਿਕਾਰਡ ਹੋਣ ਦੀ ਬਜਾਏ ਮੈਂ ਤੁਹਾਨੂੰ ਇਹਦਾ ਮਤਲਬ ਜਿਹੜਾ ਰਿਕਾਰਡਿੰਗ ਮੈਂ ਤੁਹਾਨੂੰ ਭੇਜ ਦੂੰਗਾ, ਸਾਰਿਆਂ ਨੂੰ ਕੁਲਰੀਆਂ ਨੂੰ ਭੇਜ ਦੂੰਗਾ, ਤੁਸੀਂ ਬਾਅਦ ਚ ਵੀ ਸੁਣ ਸਕਦੇ ਹੋ। ਤੇ ਬਾਕੀ ਚਲੋ ਤੁਸੀਂ ਅਗਲੀ ਮੀਟਿੰਗ ਦੇ ਵਿੱਚ ਸਾਰਾ ਕੁਝ ਤੈਅ ਕਰੋਗੇ। ਕਾਫੀ ਅੱਛੀਆਂ ਗੱਲਾਂ ਹੋਈਆਂ ਨੇ ਸਾਰੀਆਂ, ਮੈਨੂੰ ਲੱਗਦਾ ਕਿ ਬਹੁਤ ਸੋਹਣੇ ਸੁਝਾਅ, ਭਾਵੇਂ ਆਪਾਂ ਥੋੜੇ ਸੀ ਪਰ ਥੋੜਿਆਂ ਨੇ ਬਹੁਤ ਅੱਛੇ ਸੁਝਾਅ ਦਿੱਤੇ ਨੇ ਤੇ ਇਹਦੇ ਵਿੱਚੋਂ ਕਈ ਕੁਝ ਨਵਾਂ ਨਿਕਲਣਾ ਹੈ। ਸੋ ਮੈਂ ਇੱਕ ਵਾਰੀ ਤੁਹਾਡੇ ਸਾਰਿਆਂ ਵੱਲੋਂ ਤੁਹਾਡਾ ਧੰਨਵਾਦ ਵੀ ਕਰਦਾ ਤੇ ਅੱਜ ਦੀ ਇਸ ਮੀਟਿੰਗ ਦਾ ਸਮਾਪਨ ਵੀ ਕਰਦਾ। ਬਹੁਤ ਸ਼ੁਕਰੀਆ ਜੀ।